ਵਾਹਿਗੁਰੂ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ, ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੁ। ਜਿਸ ਪਾਸ ਬੈਠਿਆਂ ਸੋਹੀਐ, ਸਭਨਾਂ ਦਾ ਵਿਸਾਹੂ। ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤਸਰੀ ਮਹੱਲਾ ਪੰਜਵਾ। ਘਰ ਦੂਜਾ ਛੰਤ ਇੱਕ ਓੰਕਾਰ। ਸਤਿਗੁਰ ਪ੍ਰਸਾਦ। ਸ਼ਲੋਕ। ਊਚਾ ਅਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਪ੍ਰਭ ਸਰਨਾਗਤੀ, ਰਾਖਨ ਕੋ ਸਮਰੱਥ। ਊਚਾ ਅਗਮ ਅਪਾਰ ਪ੍ਰਭ, ਕਥਨ ਨ ਜਾਏ ਅਕਥ। ਨਾਨਕ ਪ੍ਰਭ ਸਰਨਾਗਤੀ, ਰਾਖਨ ਕੋ ਸਮਰੱਥ। ਸ਼ੰਤ ਜੋ ਜਾਨਹੁ ਤਿਉ ਰਾਖ, ਹਰ ਪ੍ਰਭ ਤੀਰਿਆ। ਕੀਰਤੀ ਗਣੋ ਅਸੰਖ, ਅਵਗਨ ਮੇਰਿਆ। ਅਸੰਖ ਅਵਗਨ ਖਤੇ ਫੇਰੇ, ਨਿਤ ਪ੍ਰਤ ਸਦ ਭੂਲਿਆ। ਮੋਹ ਮਗਨ ਬਿਕਰਾਲ ਮਾਇਆ, ਤਉ ਪ੍ਰਸਾਦੀ ਘੂਲਿਆ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰਹੁ, ਕਾੜ ਭਵਜਲ ਫੇਰਿਆ। ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰਹੂ ਤੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰਹੁ, ਕਾੜ ਭਵਜਲ ਫੇਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਜਿਤਨੇ ਵੀ ਗੁਰਮੁਖ ਮਾਈ ਭਾਈ, ਦੂਰੋਂ ਨੇੜਿਓਂ ਚੱਲ ਕਰਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕੇ ਅੰਮ੍ਰਿਤ ਵੇਲੇ ਤੋਂ ਇਕੱਤਰ ਹੋ ਬੈਠੇ, ਜੁੜ ਬੈਠੇ ਹੋ। ਸਮੁੱਚੀਆਂ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਵਿਦਿਤ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ
ਅੰਮ੍ਰਿਤ ਵੇਲੇ ਸਮੁੱਚੀ ਕਾਇਨਾਤ ਨੂੰ ਸਾਂਝਾ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਦੇ ਹਨ। ਉਸ ਪਾਵਨ ਗੁਰਬਾਣੀ ਜੀ ਦੇ ਸ਼ਬਦ ਦੀ ਵਿਚਾਰ ਆਪਾਂ ਸਾਰੇ ਇਸ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਦੇ ਹਾਂ। ਅੱਜ ਵੀ ਜੋ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਉਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਆਪਾਂ ਕੁਝ ਸਮੇਂ ਵਾਸਤੇ ਰਲ ਮਿਲ ਕਰਕੇ ਸਾਂਝੀ ਕਰਨੀ ਹੈ। ਪਰੰਤੂ ਉਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਜਿੱਥੇ ਅੱਜ ਸਾਵਣ ਦੇ ਮਹੀਨੇ ਦੀ ਸੰਕਰਾਂਤ ਦਾ ਸ਼ੁਭ ਦਿਹਾੜਾ ਹੈ, ਜਦੋਂ ਇਹ ਸੰਕਰਾਂਤ ਆਉਂਦੀ ਹੈ ਸਾਵਣ ਮਹੀਨੇ ਦੀ, ਤਾਂ ਸਾਡੀ ਕੌਮ ਦੇ ਮਹਾਨ ਸੂਰਵੀਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਜਿਹੜੀ ਸ਼ਹਾਦਤ ਸਾਡੇ ਸਾਹਮਣੇ ਆ ਜਾਂਦੀ ਹੈ। ਕਿਉਂਕਿ 1745 ਈਸਵੀ ਇੱਕ ਸਾਵਣ ਵਾਲੇ ਦਿਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੋਈ ਹੈ। ਜਦੋਂ ਭਾਈ ਸਾਹਿਬ ਜੀ ਦਾ ਅਸੀਂ ਜੀਵਨ ਵੇਖੀਏ, ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਮਿਤ ਬਖਸ਼ਿਸ਼ ਉਹਨਾਂ ਦੇ ਉੱਪਰ, ਆਪ ਜੀ ਦਾ ਜਿਹੜਾ ਜਨਮ ਸੀ ਪੂਹਲੇ ਨਗਰ ਦੇ ਵਿੱਚ, ਗੁਰਸਿੱਖ ਮਾਤਾ ਪਿਤਾ ਦੇ ਗ੍ਰਹਿ ਵਿਖੇ ਪ੍ਰਗਟ ਹੋਇਆ। ਬਾਲਕ ਅਵਸਥਾ ਤੋਂ ਹੀ ਗੁਰਬਾਣੀ ਦੀਆਂ ਲੋਰੀਆਂ ਮਿਲਣੀਆਂ, ਨਿਤਨੇਮ ਜਿੰਨਾ ਵੀ ਕੋਈ ਸਿਮਰਨ ਮਾਤਾ ਪਿਤਾ ਨੇ ਕਰਨਾ, ਇਸ ਬਾਲਕ ਨੂੰ ਗੋਦ ਵਿੱਚ ਲੈ ਕਰਕੇ ਕਰਿਆ ਕਰਦੇ। ਛੋਟੀ ਜਿਹੀ ਅਵਸਥਾ ਦੇ ਅੰਦਰ ਹੀ ਪਿਤਾ ਜੀ ਸੱਚਖੰਡ ਪਿਆਨਾ ਕਰ ਗਏ। ਭਾਈ ਤਾਰੂ ਸਿੰਘ ਜੀ ਅਤੇ ਇਹਨਾਂ ਦੇ ਭੈਣ ਜੀ ਦੋਹਾਂ ਦੀ ਜਿਹੜੀ ਪਾਲਣਾ ਮਾਤਾ ਜੀ ਨੇ ਬੜੇ ਪਿਆਰ ਨਾਲ ਕੀਤੀ। ਦੁੱਧ ਦੇ ਨਾਲ, ਦਹੀਂ ਦੇ ਨਾਲ ਕੇਸਾਂ ਦਾ ਇਸ਼ਨਾਨ ਮਾਤਾ ਜੀ ਨੇ ਕਰਵਾਉਣਾ। ਬੜਾ ਸੋਹਣਾ ਐਸਾ ਜਿਹੜਾ ਜੂੜਾ ਸੀਸ ਦੇ ਉੱਪਰ ਸੁਭਾਏਮਾਨ ਹੋਇਆ। ਚਿਹਰੇ ਦੇ ਉੱਪਰ ਜਿਹੜਾ ਦਾੜਾ ਸੀ ਭਾਈ ਸਾਹਿਬ ਜੀ ਦਾ ਬੜਾ ਪ੍ਰਭਾਵਸ਼ਾਲੀ ਸੀ। ਬਾਣੀ ਦਾ ਨਿਤਨੇਮ ਕਰਨਾ, ਹੱਥੀਂ ਸੇਵਾ ਕਰਨੀ, ਸੇਵਾ ਤੇ ਸਿਮਰਨ ਦੋਵੇਂ ਜਿਹੜੇ ਅੰਗ ਭਾਈ ਤਾਰੂ ਸਿੰਘ ਜੀ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸਨ। ਉਹ ਜਿਹੜਾ ਸਮਾਂ ਸੀ ਉਸ ਵੇਲੇ ਦਾ, ਜਦੋਂ ਬੰਦਾ ਸਿੰਘ ਜੀ ਬਹਾਦਰ ਜੀ ਦੀ ਸ਼ਹਾਦਤ ਹੋਈ, ਉਸ ਤੋਂ ਬਾਅਦ ਬਹੁਤ ਸਾਰੇ ਜ਼ਕਰੀਆ ਖਾਨ ਨੇ ਤਸੱਦਦ ਢਾਹੇ ਸਿੱਖਾਂ ਦੇ ਉੱਪਰ। ਘਰਾਂ ਦੇ ਵਿੱਚੋਂ ਜਾ ਕਰਕੇ ਛਾਪੇ ਮਾਰ ਕੇ ਸਿੰਘਾਂ ਨੂੰ ਗ੍ਰਿਫਤਾਰ ਕਰ ਲੈਣਾ, ਕੋ ਕੇ ਉਹਨਾਂ ਨੂੰ ਸ਼ਹੀਦ ਕਰਨਾ। ਗੁਰੂ ਦੇ ਸਿੰਘ ਆਪਣੇ ਘਰਾਂ ਨੂੰ ਛੱਡ ਕਰਕੇ ਜੰਗਲਾਂ ਦੇ ਵਿੱਚ ਉਹਨਾਂ ਨੇ ਰਹਿਣਾ ਜਿਹੜਾ ਪਸੰਦ ਕੀਤਾ। ਕਈ ਦਿਨਾਂ ਦੇ ਭੁੱਖੇ ਬੈਠੇ ਰਹਿਣਾ, ਕੁਝ ਛਕਣ ਵਾਸਤੇ ਮਿਲ ਜਾਣਾ ਤੇ ਛਕ ਲੈਣਾ ਨਹੀਂ। ਵਾਹਿਗੁਰੂ ਦੇ ਗੁਣ ਗਾਉਂਦਿਆਂ ਰਾਤਾਂ ਤੇ ਦਿਨ ਜੰਗਲਾਂ ਵਿੱਚ ਕੱਟਦੇ ਨੇ। ਭਾਈ ਤਾਰੂ ਸਿੰਘ ਜੀ ਜ਼ਿਮੀਂਦਾਰੀ ਦਾ ਘਰਾਣਾ ਕਰਦੇ ਨੇ। ਜਿੰਨੇ ਵੀ ਅਨਾਜ ਪੈਦਾ ਹੁੰਦਾ, ਦਾਣੇ ਘਰ ਵਿੱਚ ਆਉਂਦੇ, ਸਾਰੇ ਅਨਾਜ ਨੂੰ ਸਾਂਭਿਆ ਜਾਂਦਾ। ਆਟਾ ਪੀਸ ਕਰਕੇ ਜਿਹੜੇ ਸਿੰਘ ਜੰਗਲਾਂ ਦੇ ਵਿੱਚ ਰਾਤਾਂ ਕੱਟਦੇ ਨੇ, ਪ੍ਰਸ਼ਾਦੇ ਤਿਆਰ ਕਰਕੇ ਘਰ ਦੇ ਵਿੱਚੋਂ ਲੈ ਕੇ ਜਾਣੇ। ਦਾਲਾਂ ਸਬਜ਼ੀਆਂ ਤਿਆਰ ਕਰਨੀਆਂ, ਸਿੰਘਾਂ ਨੂੰ ਰਾਤ ਨੂੰ ਲੰਗਰ ਛਕਾਉਣਾ ਜਾ ਕਰਕੇ, ਕਿ ਇਹ ਦੇਸ਼ ਵਾਸਤੇ, ਪੰਥ ਵਾਸਤੇ, ਕੌਮ ਦੇ ਵਾਸਤੇ ਘੋੜਿਆਂ ਦੀਆਂ ਕਾਠੀਆਂ ਤੇ ਬੈਠ ਕਰਕੇ ਰਾਤਾਂ ਜੰਗਲਾਂ ਵਿੱਚ ਕੱਟਦੇ ਨੇ। ਸਾਡਾ ਫਰਜ਼ ਬਣਦਾ ਕਿ ਇਹਨਾਂ ਦੀ ਸੇਵਾ ਕਰੀਏ।
ਚੰਗੇ ਤੋਂ ਚੰਗਾ ਪਦਾਰਥ ਘਰ ਵਿੱਚ ਬਣਾਉਣਾ, ਉਹਨਾਂ ਗੁਰੂ ਪਿਆਰਿਆਂ ਦੀ ਜੰਗਲਾਂ ਦੇ ਵਿੱਚ ਜਾ ਕੇ ਸੇਵਾ ਵਿੱਚ ਹਾਜ਼ਰ ਕਰ ਦੇਣਾ। ਆਪਣੇ ਸਰੀਰ ਦੇ ਉੱਤੇ ਫਟੇ ਪੁਰਾਣੇ ਵਸਤਰ ਭਾਈ ਸਾਹਿਬ ਜੀ ਪਹਿਨਿਆ ਕਰਦੇ, ਨਵੇਂ ਤੋਂ ਨਵੇਂ ਵਸਤਰ ਸਿਲਾਈ ਕਰਕੇ ਸਿੰਘਾਂ ਨੂੰ ਹਾਜ਼ਰ ਕਰ ਦਿੰਦੇ, ਸੇਵਾ ਵਿੱਚ ਪਹੁੰਚ ਜਾਂਦੇ। ਇਸ ਤਰ੍ਹਾਂ ਤਨ ਮਨ ਧਨ ਕਰਕੇ ਸੇਵਾ ਨੂੰ ਸਮਰਪਿਤ ਹੋ ਚੁੱਕੇ ਨੇ। ਉਧਰ ਜ਼ਕਰੀਆ ਖਾਨ ਦੇ ਕੋਲ ਜਾ ਕਰਕੇ ਹਰ ਭਗਤ ਨਰੰਜਨੀਏ ਵਰਗੇ ਮੁਖਬਰੀਆਂ ਕਰਦੇ ਨੇ। ਜ਼ਕਰੀਏ ਨੇ ਪੁੱਛਿਆ ਸੀ ਕਿ ਇਹ ਜਿਹੜੇ ਗੁਰੂ ਦੇ ਸਿੰਘ ਜਿਨ੍ਹਾਂ ਦੇ ਲੰਬੇ ਕੇਸ ਤੇ ਲੰਬੇ ਦਾੜੇ ਨੇ, ਚਿਹਰੇ ਤੇ ਸੋਭਾ ਪਾਉਂਦੇ, ਉਹ ਦਿਨ ਦੂਰ ਨਹੀਂ ਹੋਣੇ ਜਿੱਦਣ ਇਹਨਾਂ ਨੇ ਦਿੱਲੀ ਦੇ ਤਖਤ ਦੇ ਉੱਤੇ ਆ ਕਰਕੇ ਕਾਬਜ ਹੋ ਜਾਣਾ। ਰਾਜ ਭਾਗ ਖੁੱਸ ਜਾਣ ਦਾ ਡਰ ਮਨ ਦੇ ਵਿੱਚ ਰੱਖ ਕਰਕੇ ਜ਼ਕਰੀਏ ਨੇ ਪੁੱਛਿਆ ਹਰ ਭਗਤ ਨਰੰਜਣੀਏ ਨੂੰ, ਇਹ ਸਿੰਘ ਰਹਿੰਦੇ ਘੋੜਿਆਂ ਦੀਆਂ ਕਾਠੀਆਂ ਤੇ ਹਨ, ਜੰਗਲਾਂ ਵਿੱਚ ਰਾਤਾਂ ਕੱਟਦੇ ਨੇ, ਠੰਡ ਹੋਵੇ ਗਰਮੀ ਹੋਵੇ, ਇਹਨਾਂ ਨੂੰ ਖਾਣ ਪੀਣ ਵਾਸਤੇ ਕਿੱਥੋਂ ਮਿਲਦਾ ਹੈ? ਜਿਨ੍ਹਾਂ ਦਾ ਕੋਈ ਘਰ ਘਾਟ ਨਹੀਂ ਹੈ, ਜਿਨ੍ਹਾਂ ਦੇ ਮਾਤਾ ਪਿਤਾ ਕੋਲ ਨਹੀਂ, ਖਾਂਦੇ ਕਿੱਥੋਂ ਨੇ, ਲੰਗਰ ਪਾਣੀ ਕਿੱਥੋਂ ਆਉਂਦਾ ਹੈ? ਇਹ ਮੁਖਬਰੀ ਕਰਨ ਵਾਲੇ ਹਰ ਭਗਤ ਨਰੰਜਣੀਏ ਨੇ ਕਿਹਾ ਕਿ ਪੂਲੇ ਨਗਰ ਦੇ ਅੰਦਰ ਰਹਿਣ ਵਾਲਾ ਇੱਕ ਤਾਰੂ ਸਿੰਘ ਨੌਜਵਾਨ 25 ਕੁ ਸਾਲ ਦੀ ਉਮਰ ਹੈ, ਉਹ ਆਪਣੀ ਜਿੰਨਾ ਵੀ ਅਨਾਜ ਪੈਦਾ ਕਰਦਾ ਸਾਰਾ ਘਰ ਵਿੱਚ ਰੱਖਦਾ ਹੈ। ਸਿੰਘਾਂ ਨੂੰ ਰਾਤ ਨੂੰ ਜਾ ਕਰਕੇ ਜੰਗਲਾਂ ਵਿੱਚ ਪ੍ਰਸ਼ਾਦੇ ਪਾਣੀ ਕਰਕੇ, ਵਸਤਰਾਂ ਕਰਕੇ ਹਰ ਤਰ੍ਹਾਂ ਦੀ ਸੇਵਾ ਕਰਦਾ। ਉਸੇ ਵੇਲੇ ਲਾਹੌਰ ਤੋਂ ਭਾਈ ਸਾਹਿਬ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ। 12-15 ਦੀ ਗਿਣਤੀ ਵਿੱਚ ਸਿਪਾਹੀ ਜਿਹੜੇ ਘੋੜ ਸਵਾਰ ਪੂਲੇ ਨਗਰ ਵੱਲ ਨੂੰ ਭੇਜੇ ਹਨ, ਤੇ ਜਿਸ ਵੇਲੇ ਘਰ ਵਿੱਚ ਇਹ ਆਏ ਨੇ ਸਿਪਾਹੀ ਲੋਕ, ਨਗਰ ਦੇ ਮੁਖੀਏ ਨੂੰ ਨਾਲ ਲਿਆ। ਮਾਤਾ ਜੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਉਸ ਵੇਲੇ ਵੇਖਿਆ ਵੀ ਸਰਕਾਰੀ ਲੋਕ ਹਨ, ਬਾਦਸ਼ਾਹਾਂ ਦੇ ਸੂਬੇਦਾਰਾਂ ਦੇ ਭੇਜੇ ਹੋਏ ਨੇ। ਮਾਤਾ ਜੀ ਪੁੱਛਦੇ ਨੇ, ਤੁਸੀਂ ਮੇਰੇ ਪੁੱਤਰ ਸਮਾਨ ਹੋ, ਦੱਸੋ ਜਲ ਪਾਣੀ ਛਕਣਾ, ਪ੍ਰਸ਼ਾਦਾ ਪਾਣੀ ਛਕਣਾ, ਲੰਗਰ ਤਿਆਰ ਹੈ। ਕਿਉਂਕਿ ਮਾਤਾ ਦੇ ਐਸਾ ਜਿਹੜਾ ਸਾਧ ਸੰਗਤ ਸੁਭਾਅ ਸੀ, ਹਰ ਇੱਕ ਦੇ ਵਿੱਚ ਮਾਤਾ ਜੀ ਪਰਮਾਤਮਾ ਨੂੰ ਤੱਕਣ ਵਾਲੇ ਐਸੀ ਬਿਰਤੀ ਦੇ ਮਾਲਕ ਸਨ। ਉਸ ਵੇਲੇ ਇਹ ਕਹਿਣ ਲੱਗੇ, ਮਾਤਾ ਲੰਗਰ ਪਾਣੀ ਬਾਅਦ ਵਿੱਚ ਛਕਾਂਗੇ, ਪਹਿਲਾਂ ਤੇਰਾ ਪੁੱਤਰ ਤਾਰੂ ਸਿੰਘ ਚਾਹੀਦਾ, ਉਹਨੂੰ ਗ੍ਰਿਫਤਾਰ ਕਰਨ ਲਈ ਆਏ, ਉਹਦੇ ਵਾਰੰਟ ਜਾਰੀ ਹੋਏ ਨੇ। ਮਾਤਾ ਪੁੱਛਦੇ ਨੇ, ਪੁੱਤਰ ਨੇ ਕੀ ਗੁਨਾਹ ਕਰ ਦਿੱਤਾ? ਕਹਿੰਦੇ ਤੈਨੂੰ ਨਹੀਂ ਪਤਾ, ਰਾਤ ਨੂੰ ਜਾ ਕਰਕੇ ਜੰਗਲਾਂ ਵਿੱਚ ਸਿੰਘਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ, ਜਿਹੜੇ ਸਰਕਾਰ ਦੇ ਬਾਗੀ ਲੋਕ ਨੇ ਉਹਨਾਂ ਦੀ ਸੇਵਾ ਵਿੱਚ ਜਾ ਕੇ ਜੁਟਦਾ ਹੈ। ਭਾਈ ਤਾਰੂ ਸਿੰਘ ਜੀ ਖੇਤ ਵੱਲੋਂ ਆ ਰਹੇ ਸਨ, ਗੇੜਾ ਮਾਰ ਕੇ ਉੱਥੋਂ ਗ੍ਰਿਫਤਾਰੀ ਆਪ ਜੀ ਦੀ ਕੀਤੀ ਜਾਂਦੀ ਹੈ। ਮਾਤਾ ਜੀ ਸਤਿਕਾਰਯੋਗ ਭੈਣ ਜੀ ਕਹਿਣ ਲੱਗੀ, ਅਸੀਂ ਵੀ ਭਾਈ ਤਾਰੂ ਸਿੰਘ ਦੇ ਨਾਲ ਚੱਲਾਂਗੀਆਂ। ਤਾਂ ਉਸ ਵੇਲੇ ਨਗਰ ਨਿਵਾਸੀਆਂ ਨੇ ਸਾਧ ਸੰਗਤ ਸਿਪਾਹੀ ਲੋਕਾਂ ਨੂੰ ਕਹਿ ਕਰਕੇ ਮਾਤਾ ਜੀ ਤੇ ਭੈਣ ਜੀ ਨੂੰ ਨਗਰ ਵਿੱਚ ਰਹਿਣ ਦਿੱਤਾ, ਕਿਉਂਕਿ ਇਹਨਾਂ ਨੂੰ ਵੀ ਸਿਪਾਹੀਆਂ ਨੇ ਗ੍ਰਿਫਤਾਰ ਕਰ ਲਿਆ ਸੀ। ਫਿਰ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਵਿੱਚ ਲੈ ਕੇ ਪਹੁੰਚਦੇ ਨੇ, ਉੱਥੇ ਜ਼ਕਰੀਆ ਪੁੱਛਦਾ ਹੈ ਭਾਈ ਤਾਰੂ ਸਿੰਘ ਜੀ ਨੂੰ ਕਿ ਤੂੰ ਸਿੰਘਾਂ ਦੀਆਂ ਸੇਵਾ ਕਰਦਾ ਹੈ ਜਾ ਕੇ ਜੰਗਲਾਂ ਦੇ ਵਿੱਚ, ਜਿਹੜੇ ਜੰਗਲਾਂ ਵਿੱਚ ਰਾਤਾਂ ਗੁਜ਼ਾਰਦੇ ਨੇ, ਸਰਕਾਰ ਦੇ ਬਾਗੀ ਲੋਕ ਹਨ। ਭਾਈ ਸਾਹਿਬ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਜੀ ਨੇ 3 ਬੁਨਿਆਦੀ ਅਸੂਲ ਦਿੱਤੇ ਸੀ, ਨਾਮ ਜਪਣਾ, ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ। ਉਹ 3 ਅਸੂਲਾਂ ਨੂੰ ਮੈਂ ਜ਼ਿੰਦਗੀ ਵਿੱਚ ਧਾਰਿਆ ਹੋਇਆ ਹੈ। ਕੋਈ ਵੀ ਆ ਜਾਵੇ, ਤੁਸੀਂ ਆਓ, ਤੁਹਾਨੂੰ ਵੀ ਘਰ ਵਿੱਚ ਪ੍ਰਸ਼ਾਦਾ ਮਿਲੇਗਾ। ਸਰਕਾਰ ਦਾ ਬਾਗੀ ਕੋਈ ਸੱਜਣ ਆਵੇ, ਉਹਨਾਂ ਨੂੰ ਵੀ ਪ੍ਰਸ਼ਾਦੇ ਦੀ ਸੇਵਾ ਹੋਵੇਗੀ। ਇਹ ਤਾਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿਖਾਇਆ ਹੈ। ਬਿਨਾਂ ਜਾਤ ਪਾਤ ਤੋਂ, ਬਿਨਾਂ ਕਿਸੇ ਭੇਦ ਭਾਦ ਤੋਂ ਜਿਹੜਾ ਲੰਗਰ ਹੈ ਹਰ ਕਿਸੇ ਨੂੰ ਦਿੱਤਾ ਜਾਵੇ। ਤਾਂ ਉਸ ਵੇਲੇ ਫਿਰ ਸਾਧ ਸੰਗਤ ਜੀ ਬੜੀ ਧਮਕੀਆਂ ਵੀ ਦਿੱਤੀਆਂ, ਡਰਾਵੇ ਦੇਣਾ ਕੀਤੇ। ਭਾਈ ਤਾਰੂ ਸਿੰਘ ਜੀ ਬਾਣੀ ਪੜ੍ਹਨ ਵਾਲੇ ਅਡੋਲ ਜਦੋਂ ਇਹਦੇ ਬੋਲਾਂ ਦਾ ਜਵਾਬ ਦਿੰਦੇ ਨੇ
ਤਾਂ ਉਸ ਵੇਲੇ ਕਿਹਾ ਗਿਆ ਕਿ ਆਪਣਾ ਧਰਮ ਛੱਡ ਕੇ ਇਸਲਾਮ ਧਰਮ ਕਬੂਲ ਕਰ ਲਓ। ਸਾਹਿਬਜ਼ਾਦਿਆਂ ਦੇ ਪਾਏ ਪੂਰਨਿਆਂ ਤੇ ਭਾਈ ਸਾਹਿਬ ਜੀ ਨੇ ਕਿਹਾ ਸੀ, ਜ਼ਕਰੀਆ ਖਾਨ ਤੈਨੂੰ ਆਪਣਾ ਧਰਮ ਪਿਆਰਾ ਤੇ ਮੈਨੂੰ ਆਪਣਾ ਧਰਮ ਪਿਆਰਾ ਹੈ। ਜੇ ਧਰਮ ਛੱਡ ਕੇ ਤੇਰੇ ਧਰਮ ਦੇ ਵਿੱਚ ਆ ਜਾਈਏ ਫਿਰ ਕਿਹੜਾ ਮੌਤ ਕੋਲੋਂ ਬਚ ਜਾਵਾਂਗੇ। ਮੌਤ ਹਰ ਬੰਦੇ ਦੇ ਉੱਪਰ ਆਉਣੀ ਹੈ, ਫਿਰ ਜਦੋਂ ਮਰਨਾ ਹੀ ਹੈ। ਫਿਰ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਧਰਮ ਛੱਡ ਕੇ ਬੇਧਰਮਾ ਹੋ ਕੇ ਕਿਉਂ ਮਰਨਾ ਹੈ। ਤਾਂ ਉਸ ਵੇਲੇ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਸੁੰਦਰ ਕੇਸ ਸਨ ਉਹਨਾਂ ਦੇ ਉੱਤੇ ਇਹਨੇ ਸਵਾਲ ਖੜੇ ਕੀਤੇ। ਕਹਿਣ ਲੱਗਿਆ, ਜੇ ਤੁਸੀਂ ਇੰਨਾ ਮਾਣ ਕਰਦੇ ਕੇਸਾਂ ਦੇ ਉੱਪਰ, ਸਿੱਖੀ ਦੇ ਉੱਪਰ, ਮੈਂ ਜਿਹੜੀਆਂ ਜੋੜੇ ਜੁੱਤੀਆਂ ਸ਼ਬਦ ਵਰਤਿਆ ਉਹ ਸਿਰ ਵਿੱਚ ਮਾਰ ਕੇ ਤੇਰੇ ਕੇਸ ਉਤਾਰਾਂਗਾ। ਭਾਈ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਸੁਣਿਆ ਕਿ ਕੇਸ ਤਾਂ ਗੁਰੂ ਕਲਗੀਧਰ ਗੁਰੂ ਦੀ ਦਿੱਤੀ ਹੋਈ ਮੋਹਰ ਹੈ, ਕੇਸਾਂ ਦੀ ਬੇਅਦਬੀ ਦੇ ਇਹ ਸ਼ਬਦ ਵਰਤਦਾ ਤੇ ਕਹਿ ਦਿੱਤਾ ਸੀ, ਜ਼ਕਰੀਆ ਖਾਨ ਜਿਹੜੀ ਜੁੱਤੀ ਮਾਰਨ ਦੀ ਤੂੰ ਗੱਲ ਕਰਦਾ ਉਹ ਜੁੱਤੀ ਦੇ ਅੱਗੇ ਲਾ ਕਰਕੇ ਮੈਂ ਤੈਨੂੰ ਨਰਕਾਂ ਤੱਕ ਛੱਡ ਕੇ ਆਵਾਂਗਾ। ਇਹ ਬਚਨ ਜਦੋਂ ਸੂਰਬੀਰ ਬਚਨ ਕੇ ਬਲੀ, ਬਾਣੀ ਪੜਨ ਵਾਲਿਆਂ ਦੇ ਬਚਨ ਸਦਾ ਅਟਲ ਹੁੰਦੇ ਨੇ। ਫਿਰ ਸਾਧ ਸੰਗਤ ਜੀ ਇਹਨੇ ਉਸ ਵੇਲੇ ਫਿਰ ਜਿਹੜੇ ਕੇਸ ਕਤਲ ਕਰਨ ਵਾਲੇ ਲੋਕ ਸਨ ਉਹਨਾਂ ਨੂੰ ਬੁਲਾਇਆ, ਕੈਂਚੀਆਂ ਹੱਥ ਵਿੱਚ ਪਕੜਾ ਦਿੱਤੀਆਂ ਕਿ ਭਾਈ ਤਾਰੂ ਸਿੰਘ ਕੇਸਾਂ ਤੇ ਬੜਾ ਮਾਣ ਕਰਦਾ, ਇਹ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣ ਦੀ ਗੱਲ ਕਰਦਾ, ਇਹਦੇ ਕੇਸ ਕਤਲ ਕਰ ਦਿਓ। ਜਦੋਂ ਕੈਂਚੀਆਂ ਸਾਧ ਸੰਗਤ ਹੱਥਾਂ ਵਿੱਚ ਪਕੜ ਕੇ ਭਾਈ ਸਾਹਿਬ ਦੇ ਕੇਸਾਂ ਨੂੰ ਕੱਟਣ ਲੱਗਦੇ ਨੇ, ਇੱਕ ਇੱਕ ਗੁਰੂ ਦੇ ਪਿਆਰੇ ਦਾ ਰੋਮ ਜਿਹੜਾ ਕੇਸ ਉਹ ਤਾਰਾਂ ਬਣ ਗਿਆ ਹੈ। ਤੇ ਵੇਖ ਕਰਕੇ ਜਦੋਂ ਚਿਹਰੇ ਵੱਲ ਤੱਕਦੇ ਨੇ ਬੜਾ ਉਹਨਾਂ ਨੂੰ ਡਰ ਪ੍ਰਤੀਤ ਹੁੰਦਾ, ਸ਼ੇਰ ਵਰਗਾ ਚਿਹਰਾ ਦਗ ਦਗ ਕਰਦਾ। ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਹੋਇਆਂ ਜਦੋਂ ਭਾਈ ਸਾਹਿਬ ਬੈਠੇ ਨੇ ਤੇ ਕੈਂਚੀਆਂ ਜਿਹੜੀਆਂ ਸੀ ਕੇਸ ਕਤਲ ਨਹੀਂ ਕਰ ਸਕੀਆਂ। ਜ਼ਕਰੀਆ ਖਾਨ ਸੜ ਵੱਲ ਕੇ ਕੋਲੇ ਹੋ ਗਿਆ, ਇਹ ਕਿਹੜੀ ਜਾਰੀ ਕਰਾਮਾਤ ਨੇ ਵਿਖਾ ਦਿੱਤੀ ਕਿ ਕੈਂਚੀਆਂ ਇਹਦੇ ਕੇਸ ਨਹੀਂ ਕਤਲ ਕਰ ਸਕੀਆਂ। ਕਹਿੰਦਾ ਮੋਚੀ ਨੂੰ ਬੁਲਾਓ। ਤੇ ਉੱਥੇ ਫਿਰ ਜਿਹੜੀ ਸਾਧ ਸੰਗਤ ਜੀ ਮੋਚੀ ਨੇ ਰੰਬੀ ਭਾਈ ਸਾਹਿਬ ਜੀ ਦੇ ਮੱਥੇ ਦੇ ਉੱਤੇ ਰੱਖ ਕੇ ਹਥੌੜੀ ਦੀ ਜਦੋਂ ਸੱਟ ਲਾਈ ਹੈ ਤੇ ਸਾਰਾ ਖੋਪੜ ਲਾਹ ਕਰਕੇ ਹੇਠਾਂ ਸੁੱਟ ਦਿੱਤਾ ਗਿਆ। ਜਦੋਂ ਖੋਪੜ ਲੱਥ ਗਿਆ, ਜਪਜੀ ਸਾਹਿਬ ਦੀ ਬਾਣੀ ਦੇ ਪਾਠ ਚੱਲ ਰਹੇ ਸਨ, ਕਿਉਂਕਿ ਇਹ ਪੂਰਨੇ ਗੁਰੂ ਅਰਜਨ ਸਾਹਿਬ ਜੀ ਨੇ ਪਾ ਦਿੱਤੇ। ਸਤਿਗੁਰੂ ਜਦੋਂ ਜੋਤੀ ਜੋਤ ਸਮਾਏ ਰਾਵੀ ਦੇ ਕਿਨਾਰੇ ਜਪਜੀ ਸਾਹਿਬ ਜੀ ਦਾ ਪਾਠ ਅੰਤਲੇ ਸਮੇਂ ਕੀਤਾ। ਜਪਜੀ ਦਾ ਪਾਠ ਕਰਦਿਆਂ ਜਦੋਂ ਸਿੱਖ ਦਾ ਖੋਪੜ ਲੱਥ ਗਿਆ, ਉਹ ਜਪਜੀ ਰੁਕੀ ਨਹੀਂ, ਨਿਰੰਤਰ ਜਪਜੀ ਚੱਲਦੀ ਹੈ। ਕਾਰਨ ਕੀ ਸੀ? ਜਿਹੜਾ ਬਚਨ ਕਰ ਦਿੱਤਾ ਸੀ ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲੈ ਕੇ ਜਾਵਾਂਗਾ, ਉਹਦੀ ਉਡੀਕ ਕਰਦਿਆਂ ਭਾਈ ਸਾਹਿਬ ਦਾ ਸਰੀਰ ਚਾਹੇ ਨਾਲੇ ਵਿੱਚ ਸੁੱਟ ਦਿੱਤਾ ਸੀ, ਚੇਤਨ ਸੱਤਾ ਸਰੀਰ ਵਿੱਚੋਂ ਨਹੀਂ ਨਿਕਲੀ ਸੀ। 22 ਦਿਨ ਤੱਕ ਜਪਜੀ ਸਾਹਿਬ ਦੀਆਂ ਧੁਨਾਂ ਉਸ ਸਰੀਰ ਵਿੱਚੋਂ ਆਉਂਦੀਆਂ ਰਹੀਆਂ। ਤੇ ਸਾਧ ਸੰਗਤ ਦੂਜੇ ਪਾਸੇ ਜ਼ਕਰੀਏ ਨੂੰ ਜਦੋਂ ਪਿਸ਼ਾਬ ਦਾ ਬੰਨ ਪੈਂਦਾ ਤੇ ਫਿਰ ਬੜੇ ਵੈਦਾਂ ਹਕੀਮਾਂ ਤੋਂ ਇਲਾਜ ਕਰਵਾਉਂਦਾ, ਇਹਦਾ ਬੰਨ ਨਹੀਂ ਟੁੱਟਦਾ ਸੀ। ਫਿਰ ਸਰਦਾਰ ਸੁਵੇਗ ਸਿੰਘ ਜੀ ਜਿਨ੍ਹਾਂ ਨੂੰ ਚਰਖੜੀਆਂ ਦੇ ਝੂਟੇ ਦਿੱਤੇ ਜਰਵਾਣਿਆਂ ਨੇ, ਉਹਨਾਂ ਤੱਕ ਪਹੁੰਚ ਕੀਤੀ ਸੀ। ਜ਼ਕਰੀਏ ਨੇ ਤੂੰ ਗੁਰੂ ਦਾ ਪਿਆਰਾ ਸਿੰਘ ਹੈ, ਮੇਰੇ ਕੋਲੋਂ ਆ ਸਿੰਘ ਦਾ ਨਰਾਦਰ ਹੋ ਗਿਆ, ਆ ਗੁਨਾਹ ਕਰ ਬੈਠਾ, ਮੈਨੂੰ ਬਖਸ਼ਾ ਦੇ। ਪੰਥ ਨੇ ਇੱਕ ਵੀ ਇਹਦਾ ਬੋਲ ਨਹੀਂ ਸੁਣਿਆ ਸੀ ਜ਼ਕਰੀਏ ਦਾ। ਉਸ ਵੇਲੇ ਜਦੋਂ ਸਾਧ ਸੰਗਤ ਫਿਰ ਇਹਨੇ ਕਿਹਾ ਸੀ ਜ਼ਕਰੀਏ ਨੇ ਕਿ ਤਾਰੂ ਸਿੰਘ ਨੇ ਮੈਨੂੰ ਇਹ ਸ਼ਬਦ ਕਹੇ ਸੀ, ਤੈਨੂੰ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਲੈ ਕੇ ਜਾਵਾਂਗਾ। ਫਿਰ ਭਾਈ ਸੁਵੇਗ ਸਿੰਘ ਜੀ ਨੇ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ ਲਾ ਲਿਆ। ਜਿਵੇਂ ਜਿਵੇਂ ਸਿਰ ਦੇ ਵਿੱਚ ਜ਼ਕਰੀਏ ਖਾਨ ਦੇ ਇਹ ਪੈਂਦੇ ਨੇ ਜੋੜੇ, ਤਿਵੇਂ ਤਿਵੇਂ ਪਿਸ਼ਾਬ ਦਾ ਬੰਨ ਟੁੱਟਦਾ ਜਾਂਦਾ ਹੈ। ਸਾਧ ਸੰਗਤ ਜੀ ਇਸ ਪ੍ਰਕਾਰ ਭਾਈ ਤਾਰੂ ਸਿੰਘ ਜੀ 22 ਦਿਨ ਜਿਹੜੇ ਸਨ ਬਿਨਾਂ ਖੋਪੜੀ ਤੋਂ ਜਪਜੀ ਦੀ ਧੁਨੀ ਉਚਾਰਨ ਕਰਦੇ, ਉਸੇ ਤਰ੍ਹਾਂ ਚੇਤਨ ਸੱਤਾ ਦੇ ਸੰਯੋਗਤ ਰਹੇ। ਫਿਰ ਉਸ ਵੇਲੇ ਸੁਵੇਗ ਸਿੰਘ ਜੀ ਹੋਰਾਂ ਨੇ ਸੰਗਤਾਂ ਦੇ ਨਾਲ ਗੁਰਮਤਾ ਕਰਕੇ ਕਿ ਭਾਈ ਸਾਹਿਬ ਜੀ ਦਾ ਖੋਪੜ ਲੱਥ ਚੁੱਕਾ ਹੈ,
ਹੁਣ ਜ਼ਕਰੀਏ ਨੂੰ ਜੋੜੇ ਦੇ ਅੱਗੇ ਲਾ ਕਰਕੇ ਲੈ ਕੇ ਜਾਣਾ ਭਾਈ ਸਾਹਿਬ ਜੀ ਨੇ, ਤੇ ਇਸ ਲਈ ਇਹਨਾਂ ਦਾ ਇਸ਼ਨਾਨ ਕਰਵਾਇਆ ਜਾਵੇ। ਲੱਕੜਾਂ ਦਾ ਪ੍ਰਬੰਧ ਕੀਤਾ ਗਿਆ। ਇਸ਼ਨਾਨ ਕਰਵਾਉਣ ਵਾਸਤੇ ਜਿਹੜਾ ਜਲ ਸੀ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਇਸ ਸਰੋਵਰ ਦਾ ਜਲ ਮੰਗਾਇਆ ਗਿਆ। ਇਸ ਜਲ ਦੇ ਨਾਲ ਭਾਈ ਸਾਹਿਬ ਜੀ ਦਾ ਅੰਤਮ ਜਿਹੜਾ ਇਸ਼ਨਾਨ ਕਰਵਾਇਆ। ਦਾੜੇ ਦੇ ਉੱਤੇ ਖੂਨ ਜੰਮਿਆ ਹੋਇਆ ਸੀ, ਸਾਰਾ ਸਰੀਰ ਖੂਨ ਦੇ ਨਾਲ ਲੇਥੂ ਪੇਥੂ ਹੋਇਆ। ਇਹ ਭਾਈ ਸੁਵੇਗ ਸਿੰਘ ਜੀ ਨੇ ਆਪਣੇ ਹੱਥੀਂ ਭਾਈ ਸਾਹਿਬ ਜੀ ਦਾ ਇਸ਼ਨਾਨ ਕਰਵਾਇਆ। ਫਿਰ ਜਪਜੀ ਸਾਹਿਬ ਜੀ ਦੀ ਬਾਣੀ ਦੇ ਜਾਪ ਕੀਤੇ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਸੀ, ਆਨੰਦ ਸਾਹਿਬ ਦੀ ਬਾਣੀ ਦੇ ਪਾਠ ਹੋਏ, ਤੇ ਜਦੋਂ ਅਰਦਾਸਾ ਕੀਤਾ ਤੇ ਭਾਈ ਸਾਹਿਬ ਜੀ ਦਾ ਪੰਜ ਭੌਤਿਕ ਸਰੀਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਜੋਤ ਲੀਨ ਹੋ ਗਈ। ਸੋ ਇੱਧਰ ਜਿਹੜਾ ਸੀ ਜ਼ਕਰੀਆ ਖਾਨ, ਉਹਨੂੰ ਚਰਨਾਂ ਦੇ ਜੋੜੇ ਦੇ ਨਾਲ ਹੀ ਸਿਰ ਦੇ ਵਿੱਚ ਜਦੋਂ ਜੁੱਤੀਆਂ ਵੱਜਦੀਆਂ ਸਨ ਤੇ ਪਿਸ਼ਾਬ ਆ ਜਾਂਦਾ ਸੀ, ਉਹਨੂੰ ਪਹਿਲਾਂ ਨਰਕਾਂ ਵੱਲ ਤੋਰ ਕਰਕੇ ਗੁਰੂ ਦਾ ਪਿਆਰਾ ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਮਾ ਗਿਆ। ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਦੇ ਜੀਵਨ ਤੋਂ ਬਹੁਤ ਵੱਡੀ ਸਾਨੂੰ ਸੇਧ ਮਿਲਦੀ ਹੈ ਕਿ ਕੇਸ ਗੁਰੂ ਦੀ ਮੋਹਰ ਹਨ। ਇਹਨਾਂ ਕੇਸਾਂ ਨੂੰ ਬਚਾਉਣ ਵਾਸਤੇ ਭਾਈ ਤਾਰੂ ਸਿੰਘ ਜੀ ਨੇ ਆਪਾ ਕੁਰਬਾਨ ਕਰ ਦਿੱਤਾ। ਉਹਨਾਂ ਦੀ ਸ਼ਹਾਦਤ ਨੂੰ ਸਦਾ ਅਸੀਂ ਯਾਦ ਰੱਖੀਏ। ਕੋਟ ਕੋਟ ਪ੍ਰਣਾਮ ਹੋਵੇ ਭਾਈ ਸਾਹਿਬ ਜੀ ਦੀ ਸ਼ਹਾਦਤ ਨੂੰ। ਆਓ ਗੁਰਬਾਣੀ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਸਾਨੂੰ ਹੁਕਮਨਾਮੇ ਦੇ ਦੁਆਰਾ ਬਖਸ਼ਿਸ਼ ਕੀਤੀ ਹੈ, ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਘਰ ਦੂਜਾ ਛੰਤ। ਜੈਤ ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 704 ਅੰਗ ਤੇ ਸੁਭਾਏਮਾਨ ਹੈ। ਸਤਿਗੁਰੂ ਜੀ ਨੇ ਇਹਨੂੰ ਗਾਇਨ ਦਾ ਢੰਗ ਦਿੱਤਾ ਹੈ। ਘਰ ਦੂਜਾ ਦੂਸਰੇ ਸੁਰ ਤਾਲ ਵਿੱਚ ਪਾ ਕੇ ਸ਼ਬਦ ਦਾ ਗਾਇਨ ਹੋਵੇਗਾ। ਅੱਗੇ ਲਿਖਿਆ ਹੈ ਸ਼ਾਂਤ। ਸ਼ਾਂਤ ਦਾ ਅਰਥ ਹੁੰਦਾ ਜਸ ਰੂਪ ਬਾਣੀ, ਜਿਸ ਵਿੱਚ ਪਰਮਾਤਮਾ ਜੀ ਦਾ ਜਸ ਕੀਤਾ ਹੋਵੇ, ਪਰਮਾਤਮਾ ਦੀ ਸਿਫਤ ਵਾਹਿਗੁਰੂ ਦੀ ਵਡਿਆਈ ਹੋਵੇ, ਉਸ ਬਾਣੀ ਨੂੰ ਸ਼ਾਂਤ ਦਾ ਨਾਮ ਦਿੱਤਾ ਜਾਂਦਾ। ਸ਼ਾਂਤ ਦੇ ਸਰਲੇਖ ਹੇਠ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ। ਓੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸੱਚਾ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸੇ ਇੱਕ ਓੰਕਾਰ ਪਰਮਾਤਮਾ ਵਾਹਿਗੁਰੂ ਜੀ ਦੀ ਜਿਹੜੀ ਪ੍ਰਾਪਤੀ ਹੈ ਭਾਈ, ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਸ਼ਲੋਕ ਊਚਾ ਅਗਮ ਅਪਾਰ ਪ੍ਰਭ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਸ਼ਲੋਕ ਉਚਾਰਨ ਕਰਦੇ ਹਨ। ਸ਼ਲੋਕ ਜਿਹੜਾ ਸੰਗੀਤ ਦੇ ਨਿਯਮਾਂ ਦੇ ਅਨੁਸਾਰ ਰੂਪਦੀਪ ਪਿੰਗਲ ਦੇ ਅੰਦਰ ਇੱਕ ਛੰਦ ਦੀ ਚਾਲ ਦਾ ਨਾਮ ਸ਼ਲੋਕ ਮੰਨਿਆ ਹੈ। ਇਹਦਾ ਅੱਖਰੀ ਅਰਥ ਹੁੰਦਾ ਹੈ ਜਿਹੜੇ ਬਚਨਾਂ ਨੂੰ ਪੜ੍ਹ ਕੇ, ਜਿਹੜੇ ਬਚਨਾਂ ਨੂੰ ਸੁਣ ਕਰਕੇ, ਜਿਹੜੇ ਬਚਨਾਂ ਦੀ ਕਮਾਈ ਕਰਕੇ ਸਵੈ ਲੋਕ ਦੀ ਪ੍ਰਾਪਤੀ ਹੋ ਜਾਵੇ, ਉਹਨੂੰ ਸ਼ਲੋਕ ਕਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ਲੋਕ ਦੇ ਦੁਆਰਾ ਬਖਸ਼ਿਸ਼ ਕਰਦੇ ਨੇ, ਉੱਚਾ ਅਗਮ ਅਪਾਰ ਪ੍ਰਭ। ਜਿਹੜਾ ਮੇਰਾ ਪ੍ਰਭੂ ਪਰਮਾਤਮਾ ਵਾਹਿਗੁਰੂ ਸਰਬ ਜੀਆਂ ਦਾ ਮਾਲਕ ਹੈ, ਉਹ ਉੱਚਾ ਦਾ ਅਰਥ ਸਭ ਤੋਂ ਮਹਾਨ ਹੈ। ਉਹਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ। ਜਿਵੇਂ ਆਮ ਮਨੁੱਖ ਦੇ ਨਾਲੋਂ ਇੱਕ ਅਮੀਰ ਬੰਦਾ ਉੱਚਾ ਦੁਨੀਆ ਵਿੱਚ ਮੰਨ ਲੈਂਦੇ ਨੇ, ਅਮੀਰ ਬੰਦੇ ਤੋਂ ਰਾਜੇ ਨੂੰ ਉੱਚਾ ਮੰਨਿਆ ਜਾਂਦਾ, ਰਾਜਿਆਂ ਤੋਂ ਦੇਵਤੇ ਉੱਚੇ ਮੰਨੇ ਨੇ, ਦੇਵਤਿਆਂ ਤੋਂ ਅਧਿਅਕਸ਼ ਦੇਵਤੇ ਉੱਚੇ ਮੰਨੇ ਜਾਂਦੇ। ਤੇ ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਉੱਚਿਆਂ ਤੋਂ ਉੱਚਾ ਹੈ। ਕੋਈ ਉਹਦੇ ਬਰਾਬਰ ਰਾਜਾ ਨਹੀਂ ਹੈ, ਕੋਈ ਦੇਵੀ ਦੇਵਤਾ ਪਰਮਾਤਮਾ ਦੇ ਬਰਾਬਰ ਨਹੀਂ ਹੋ ਸਕਦਾ। ਉੱਚਿਆਂ ਤੋਂ ਉੱਚਾ ਹੈ। ਅਗਮ ਦਾ ਅਰਥ ਮਨ ਦੀ ਜਿਹੜੀ ਗਮਤਾ ਤੋਂ ਪਰੇ ਹੈ।
ਅਪਾਰ ਦਾ ਅਰਥ ਪ੍ਰਕਿਰਤੀ ਦੇ ਨਿਯਮਾਂ ਤੋਂ ਵੀ ਪਰੇ ਹੈ ਪਰਮਾਤਮਾ। ਕਥਨ ਨਾ ਜਾਏ ਅਕਥ, ਉਹ ਪਰਮੇਸ਼ਰ ਵਾਹਿਗੁਰੂ ਅਕਥ ਸਰੂਪ ਹੈ, ਜਿਸ ਦਾ ਕੋਈ ਕਥਾ ਨਹੀਂ ਕੀਤਾ ਜਾ ਸਕਦਾ। ਦੋ ਤਰ੍ਹਾਂ ਦੇ ਨਾਲ ਕਥਾ ਹੁੰਦੀ ਹੈ, ਇੱਕ ਸ਼ਕਤੀ ਬਿਰਤੀ, ਇੱਕ ਲਖਣਾ ਬਿਰਤੀ ਹੁੰਦੀ। ਸ਼ਕਤੀ ਬਿਰਤੀ ਆਪਣੀ ਤਾਕਤ, ਆਪਣੀ ਜਿੰਨੀ ਵੀ ਸਮਰੱਥਾ ਹੈ, ਉਹਦੇ ਨਾਲ ਪਰਮਾਤਮਾ ਦਾ ਕੁਝ ਵੀ ਨਹੀਂ ਕਿਹਾ ਜਾ ਸਕਦਾ। ਤੇ ਲਖਣ ਕਰਕੇ ਪਰਮਾਤਮਾ ਦੇ ਸਰੂਪ ਦੇ ਇਸ ਤਰ੍ਹਾਂ ਉਹਦੇ ਸਰੂਪ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਅਕਥ ਦਾ ਅਰਥ ਕਥਨ ਤੋਂ ਰਹਿਤ ਪਰਮਾਤਮਾ ਵਾਹਿਗੁਰੂ ਨੂੰ ਸ਼ਕਤੀ ਬਿਰਤੀ ਦੇ ਦੁਆਰਾ ਕਥਨ ਨਹੀਂ ਕੀਤਾ ਜਾ ਸਕਦਾ। ਨਾਨਕ ਪ੍ਰਭ ਸਰਨਾਗਤੀ, ਐਸੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਪ੍ਰਭੂ ਵਿਆਪਕ ਸਰੂਪ ਦੀ ਸ਼ਰਨਾਗਤੀ ਸ਼ਰਨ ਵਿੱਚ ਆ ਕਰਕੇ ਅਸੀਂ ਪ੍ਰਾਪਤ ਹੋਏ ਹਾਂ। ਰਾਖਨ ਕਉ ਸਮਰੱਥ, ਜਿਹੜਾ ਸਰਬ ਜੀਆਂ ਦੀ ਮਾਤ ਲੋਕ ਪਰਲੋਕ ਦੋਨਾਂ ਲੋਕਾਂ ਦੇ ਅੰਦਰ ਪਤ ਇੱਜ਼ਤ ਰੱਖਣ ਦੀ ਸਮਰੱਥਾ ਰੱਖਦਾ ਹੈ, ਜਿਸ ਦੇ ਅੰਦਰ ਤਾਕਤ ਹੈ, ਪਰਮਾਤਮਾ ਦੇ ਕੋਲ ਇਹ ਸ਼ਕਤੀ ਹੈ ਕਿ ਜਿਹੜਾ ਵੀ ਸ਼ਰਨ ਆ ਕੇ ਪੈ ਜਾਂਦਾ ਦੋਨਾਂ ਲੋਕਾਂ ਵਿੱਚ ਉਹਨਾਂ ਦੀ ਰਾਖੀ ਕਰਦਾ। ਸ਼ੰਤ ਜੋ ਜਾਨੋ ਤਿਉ ਰਾਖ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ਾਂਤ ਕਹੀਏ ਜਸ ਰੂਪ ਬਾਣੀ ਉਚਾਰਦੇ ਨੇ, ਜਿਉ ਜਾਨੋ ਤਿਉ ਰਾਖ, ਬੇਨਤੀ ਕਰੀਏ ਪਰਮਾਤਮਾ ਦੇ ਚਰਨਾਂ ਵਿੱਚ। ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸਾਡੇ ਬਾਰੇ ਕਿ ਕਿੰਨੇ ਕੋ ਪਾਪ ਕੀਤੇ, ਕਿੰਨੇ ਕੋ ਪੁੰਨ ਕੀਤੇ, ਪਰਮਾਤਮਾ ਇੱਕ ਇੱਕ ਪਾਪ ਤੇ ਪੁੰਨ ਕਰਮ ਨੂੰ ਜਾਣਦਾ ਹੈ। ਮਹਾਰਾਜ ਜਿਸ ਤਰ੍ਹਾਂ ਦੇ ਸਾਨੂੰ ਤੁਸੀਂ ਜਾਣਦੇ ਹੋ, ਤਿਉ ਰਾਖ ਉਸੇ ਤਰ੍ਹਾਂ ਸਾਨੂੰ ਰੱਖ ਲੈਣਾ ਕਰੋ। ਹਰ ਪ੍ਰਭ ਤੇਰਿਆ, ਇਹ ਹਰਿਆਂ ਕਰਨ ਵਾਲੇ ਹਰੀ ਪ੍ਰਭੂ ਵਿਆਪਕ ਸਰੂਪ ਪਰਮਾਤਮਾ, ਅਸੀਂ ਤੇਰੇ ਸੇਵਕ ਹਾਂ, ਆਪ ਜੀ ਦੇ ਮੁਰੀਦ ਸੇਵਕ ਹਾਂ, ਸਿੱਖ ਹਾਂ। ਕੀਤੇ ਗਣੋ ਅਸੰਖ, ਮੈਂ ਕਿੰਨੀ ਕੋ ਗਣੋ ਗਿਣਤੀ ਕਰਕੇ ਦੱਸਣੀ ਕਰਾਂ, ਅਸੰਖ ਦਾ ਅਰਥ ਅਣਗਿਣਤ। ਅਵਗਣ ਮੇਰਿਆ, ਮੇਰੇ ਜ਼ਿੰਦਗੀ ਵਿੱਚ ਜਿਹੜੇ ਔਗਣ ਹਨ ਇਹ ਅਣਗਿਣਤ ਨੇ, ਗਿਣਤੀ ਨਹੀਂ ਹੋ ਸਕਦੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਸਾਰੇ ਜਿਹੜਾ ਜੀਵਨ ਹੈ ਜ਼ਿੰਦਗੀ ਔਗਣਾਂ ਦੀ ਭਰੀ ਹੋਈ ਹੈ। ਅਸੰਖ ਅਵਗਣ ਖਤੇ ਫੇਰੇ, ਜਿਹੜੇ ਅਸੰਖ ਗਿਣਤੀ ਤੋਂ ਰਹਿਤ ਅਵਗਣ ਅਸੀਂ ਪਿਛਲੇ ਜਨਮਾਂ ਵਿੱਚ ਵੀ ਕੀਤੇ ਨੇ, ਤੇ ਇਸ ਲਈ ਖਤੇ ਦਾ ਅਰਥ ਵੀ ਅਵਗਣ ਹੁੰਦਾ, ਤੇ ਜਿਹੜੇ ਔਗਣ ਅੱਜ ਵੀ ਕਰੀ ਜਾਂਦੇ ਹਾਂ ਇਹ ਪਿਛਲੇ ਜਨਮਾਂ ਦੇ ਜਿਹੜੇ ਕੀਤੇ ਔਗਣ ਸੀ, ਉਹਨਾਂ ਨੇ ਆ ਜਨਮ ਦੇ ਫੇਰੇ ਦਵਾ ਦਿੱਤੇ ਨੇ। ਜਿਹੜੇ ਅੱਜ ਅਸੀਂ ਖਤੇ ਔਗਣ ਕਰਦੇ, ਇਹਦੇ ਨਾਲ ਅੱਗੇ 84 ਲੱਖ ਜੂਨਾਂ ਦੇ ਫੇਰੇ ਚੱਕਰ ਤਿਆਰ ਹੋ ਜਾਣੇ। ਨਿਤ ਪ੍ਰਤ ਸਦ ਭੂਲੀਆ, ਅਸੀਂ ਨਿਤਾ ਪ੍ਰਤੀ ਹਮੇਸ਼ਾ ਰੋਜ਼ਾਨਾ ਹੀ ਭੁੱਲੇ ਪਏ ਹਾਂ, ਤੇਰੇ ਨਾਮ ਦੇ ਨਾਲੋਂ ਟੁੱਟੇ ਹੋਏ ਹਾਂ, ਆਪਣੇ ਸਰੂਪ ਦੀ ਲਖਤਾ ਦੇ ਵੱਲੋਂ ਭੁੱਲੇ ਹੋਏ ਹਾਂ। ਮੋਹ ਮਗਨ ਬਿਗਰਾਲ ਮਾਇਆ, ਇਹ ਜਿਹੜੀ ਮਾਇਆ ਦਾ ਮੋਹ ਹੈ, ਇਸ ਮਾਇਆ ਮੋਹਣੀ ਨੇ ਸਾਨੂੰ ਇੰਨਾ ਮਗਨ ਮਸਤ ਕਰ ਲਿਆ ਆਪਣੇ ਵਿੱਚ ਕਿ ਸਾਡਾ ਰੂਪ ਹੀ ਬਕਰਾਲ ਬੜਾ ਭਿਆਨਕ ਬਣਾ ਕੇ ਰੱਖ ਦਿੱਤਾ ਹੈ। ਤਉ ਪ੍ਰਸਾਦੀ ਕੁਲੀਆ, ਇਹ ਅਕਾਲ ਪੁਰਖ ਪਰਮਾਤਮਾ ਜੀ, ਜਦੋਂ ਤਉ ਪ੍ਰਸਾਦੀ ਤੁਹਾਡੀ ਕਿਰਪਾ ਹੋ ਜਾਵੇ, ਫਿਰ ਅਸੀਂ ਇਹ ਮੋਹ ਮਗਨ ਤੋਂ, ਜਿਹੜੀ ਮਾਇਆ ਦੇ ਮੋਹ ਤੋਂ ਘੂਲੀਏ ਕਈ ਛੁੱਟਣਾ ਕਰਾਂਗੇ, ਨਿਰਲੇਪ ਹੋਵਾਂਗੇ। ਲੋਕ ਕਰਤ ਵਿਕਾਰ ਵਿਖੜੇ, ਜਿਹੜੇ ਵਿਖੜੇ ਬੜੇ ਹੀ ਐਸੇ ਡਰਾਉਣੇ ਭਿਆਨਕ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹ ਤੇਰੇ ਕੋਲੋਂ ਲੁਕ ਕੇ ਵਿਕਾਰ ਕਰਦੇ ਹਾਂ ਕਿ ਪ੍ਰਮਾਤਮਾ ਕਿਹੜਾ ਦੇਖਦਾ ਪਿਆ, ਬੰਦਾ ਕਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਵਿਕਾਰਾਂ ਨੂੰ ਕਰਦਾ ਜ਼ਿੰਦਗੀ ਵਿੱਚ। ਪ੍ਰਭ ਨੇਰਹੂ ਤੇ ਨੇਰਿਆ, ਇਹ ਪ੍ਰਭੂ ਪਰਮਾਤਮਾ ਜੀ, ਤੁਸੀਂ ਨੇੜੇ ਤੋਂ ਨੇੜੇ ਹੋ ਕਰਕੇ ਵੇਖਦੇ ਹੋ, ਬੰਦੇ ਦੇ ਨੇਤਰ ਵੀ ਦੂਰ ਨੇ, ਮਨ ਵੀ ਦੂਰ ਹੋ ਸਕਦਾ, ਉਹ ਪਰਮਾਤਮਾ ਤੇ ਮਨ ਦੇ ਅੰਦਰ ਵੀ ਵਿਆਪਕ ਫੁਰਨਾ ਪੈਦਾ ਕਰਨ ਵਾਲਾ ਮਨ ਤੋਂ ਵੀ ਨੇੜੇ ਹੈ।
ਨੇਤਰ ਜਿਹੜੇ ਦੇਖਦੇ ਨੇ ਉਹਨਾਂ ਵਿੱਚ ਜੋਤ ਪਰਮਾਤਮਾ ਦੀ ਵਰਤ ਰਹੀ, ਨੇਤਰਾਂ ਤੋਂ ਵੀ ਨੇੜੇ ਹੈ। ਹੱਥ ਤੇ ਪੈਰਾਂ ਨਾਲ ਬੁਰੇ ਕੰਮ ਕਰਦਾ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਪਰਮਾਤਮਾ। ਪਰਮੇਸ਼ਰ ਵਾਹਿਗੁਰੂ ਨੇੜੇ ਤੋਂ ਨੇੜੇ ਆਪ ਜੀ ਕਹੇ ਜਾਂਦੇ ਹੋ। ਬਿਨਵੰਤ ਨਾਨਕ ਦਇਆ ਧਾਰਹੁ। ਬਿਨਵੰਤ ਬੇਨਤੀ ਪੂਰਵਕ ਆਪ ਜੀ ਦੇ ਚਰਨਾਂ ਵਿੱਚ ਅਰਜ਼ੋਈ ਕਰਦੇ, ਅਰਦਾਸ ਕਰਦੇ ਹਾਂ ਕਿ ਸਾਡੇ ਉੱਤੇ ਦਇਆ ਦੇ ਘਰ ਵਿੱਚ ਆ ਕਰਕੇ ਦਇਆ ਕਰੋ, ਤਰਸ ਕਰੋ, ਮਿਹਰ ਕਰੋ। ਕਾੜ ਭਵਜਲ ਫੇਰਿਆ। ਇਹ ਸੰਸਾਰ ਸਮੁੰਦਰ ਦੇ ਜਿਹੜੇ ਫੇਰੇ ਪਏ ਹੋਏ ਨੇ ਜੰਮਣ ਮਰਨ ਦੇ, ਇਹਨਾਂ ਵਿੱਚੋਂ ਸਾਨੂੰ ਕੱਢ ਲੈਣਾ ਕਰੋ ਆਪ ਜੀ। ਸਲੋਕ ਨਿਰਤ ਨ ਪਵੈ ਅਸੰਖ ਗੁਣ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੂਸਰੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਨਿਰਤ ਨ ਪਵੈ ਅਸੰਖ ਗੁਣ। ਆਪ ਜੀ ਦੇ ਜਿਹੜੇ ਗੁਣ ਹਨ ਅਸੰਖ ਗਿਣਤੀ ਤੋਂ ਰਹਿਤ ਹਨ। ਪਰਮਾਤਮਾ ਜੀ ਤੁਹਾਡੇ ਗੁਣਾਂ ਦਾ ਕਦੇ ਵੀ ਸਾਡੇ ਕੋਲੋਂ ਨਿਰਤ ਨਿਰਣਾ ਨਹੀਂ ਪੈਂਦਾ ਹੈ, ਨਿਰਣਾ ਹੋ ਹੀ ਨਹੀਂ ਸਕਦਾ ਪਰਮਾਤਮਾ ਜੀ ਆਪ ਜੀ ਦੇ ਅਸੰਖ ਗੁਣਾਂ ਦਾ। ਪੂਜਾ ਪ੍ਰਭ ਕਾ ਨਾਉ। ਇਹ ਪ੍ਰਭੂ ਪਰਮਾਤਮਾ ਜੀ ਆਪ ਜੀ ਦਾ ਜਿਹੜਾ ਨਾਉ ਨਾਮ ਹੈ ਇਹ ਸਾਰਿਆਂ ਤੋਂ ਉੱਚਾ ਮਹਾਨ ਹੈ, ਸ਼੍ਰੋਮਣੀ ਹੈ। ਨਾਨਕ ਕੀ ਬੇਨੰਤੀਆ। ਸਾਡੀ ਦਾਸਾਂ ਦੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਬੇਨੰਤੀਆ, ਬੇਨਤੀ ਹੈ, ਅਰਜ਼ੋਈ ਹੈ, ਬਿਨੈ ਹੈ। ਮਿਲਨ ਥਾਵੇ ਥਾਉ। ਅਸੀਂ ਤੇ ਥਾਂ ਜਿਹੜਾ ਹੈ ਸਰੂਪ ਰੂਪੀ ਥਾਂ ਦੇ ਵੱਲੋਂ ਨਿਥਾਵੇਂ ਹੋਏ ਫਿਰਦੇ ਹਾਂ। ਸਰੂਪ ਰੂਪੀ ਥਾਂ ਦੀ ਸਾਨੂੰ ਪ੍ਰਾਪਤੀ ਨਹੀਂ ਹੋ ਰਹੀ। ਕਿਰਪਾ ਕਰ ਦਿਓ ਸਰੂਪ ਰੂਪੀ ਥਾਂ ਸਾਨੂੰ ਮਿਲ ਜਾਵੇ, ਉਸ ਦੀ ਪ੍ਰਾਪਤੀ ਕਰ ਲਈਏ। ਸ਼ੰਤ ਦੂਸਰ ਨਾਹੀ ਠਾਉ। ਸ਼ਾਂਤ ਜਿਹੜੀ ਜਸ ਰੂਪ ਬਾਣੀ ਉਚਾਰਦੇ ਨੇ, ਦੂਜਾ ਕੋਈ ਵੀ ਠਾਂ ਕਹੀਏ ਟਿਕਾਣਾ ਨਹੀਂ, ਕੋਈ ਸਥਾਨ ਨਹੀਂ ਹੈ ਸਾਡੇ ਤਾਈਂ। ਕਾ ਪਹਿ ਜਾਈਐ। ਆਪ ਜੀ ਨੂੰ ਛੱਡ ਕੇ ਕਾ ਪਹਿ ਦਾ ਅਰਥ ਹੈ ਕਿਹਦੇ ਪਾਸ, ਕਿਹਦੇ ਕੋਲ ਜਾਣਾ ਕਰੀਏ। ਨਾ ਕੋਈ ਦੇਵੀ, ਨਾ ਕੋਈ ਦੇਵਤਾ, ਨਾ ਪੀਰ, ਨਾ ਕੋਈ ਪੈਗੰਬਰ, ਨਾ ਔਲੀਆ ਤੇ ਨਾ ਕੋਈ ਅਵਤਾਰ ਹੈ। ਆਪ ਜੀ ਦੇ ਬਰਾਬਰ ਦੂਸਰਾ ਕੋਈ ਨਹੀਂ ਹੋ ਸਕਦਾ। ਤੁਹਾਨੂੰ ਛੱਡ ਕੇ ਕਿਹਦੇ ਕੋਲ ਜਾਣਾ ਕਰੀਏ। ਆਠ ਪਹਿਰ ਕਰ ਜੋੜ। ਅੱਠੇ ਪਹਿਰ ਆਪਣੇ ਦੋਵੇਂ ਹੱਥਾਂ ਨੂੰ ਜੋੜ ਕਰਕੇ, ਦੋ ਹੱਥ ਕਿਹੜੇ ਨੇ, ਇੱਕ ਮਨ ਰੂਪੀ ਹੱਥ ਹੈ, ਦੂਜਾ ਬੁੱਧੀ ਰੂਪ ਹੱਥ, ਦੋਵਾਂ ਨੂੰ ਜੋੜ ਕਰਕੇ ਸੋ ਪ੍ਰਭ ਧਿਆਈਆ। ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੂੰ ਧਿਆਈਏ, ਧਿਆਉਣਾ ਕਰਦੇ ਹਾਂ ਤੇ ਤੁਸੀਂ ਵੀ ਗੁਰਸਿੱਖੋ ਧਿਆਉਣਾ ਕਰੋ। ਧਿਆਏ ਸੋ ਪ੍ਰਭ ਸਦਾ ਆਪਣਾ। ਜਿਹੜਾ ਹਮੇਸ਼ਾ ਵਾਸਤੇ ਪ੍ਰਭੂ ਪਰਮਾਤਮਾ ਆਪਣਾ ਤੇਰਾ ਆਤਮਾ ਰੂਪ ਕਰਕੇ ਮੌਜੂਦ ਹੈ ਤੇਰੇ ਸਰੀਰ ਦੇ ਅੰਦਰ, ਉਹਨੂੰ ਸਦਾ ਧਿਆਇਆ ਕਰ, ਚੇਤੇ ਕਰਿਆ ਕਰ। ਮਨਹਿ ਚਿੰਦਿਆ ਪਾਈਆ। ਫਿਰ ਜਿਹੜਾ ਵੀ ਮਨ ਦੇ ਅੰਦਰ ਤੂੰ ਚਿੰਤਨ ਕਰੇਗਾ, ਮਨ ਦੀ ਇੱਛਾ ਕਰੇਗਾ, ਮਨ ਇਛਤ ਫਲਾਂ ਨੂੰ, ਧਰਮ ਅਰਥ ਕਾਮ ਤੇ ਮੋਖ ਨੂੰ ਪਾ ਲਵੇਂਗਾ। ਰਾਜਮਾਨ ਮੋਹ ਵਿਕਾਰ ਦੂਜਾ। ਇੱਕ ਤਾਂ ਆਪਣੇ ਅੰਦਰੋਂ ਜਿਹੜਾ ਮਾਣ ਹੈ ਆਪਣੇ ਰੂਪ ਦਾ, ਆਪਣੇ ਗੁਣਾਂ ਦਾ, ਆਪਣੀ ਜਾਤੀ ਦਾ, ਆਪਣੇ ਬਲ ਦਾ, ਇਹ ਛੱਡ ਦੇ। ਦੂਸਰਾ ਜਿਹੜਾ ਸਰੀਰਾਂ ਦਾ ਮੋਹ ਪਿਆ ਹੋਇਆ ਇਹ ਤਿਆਗ ਦੇ। ਤੀਸਰਾ ਜਿਹੜਾ ਵਿਕਾਰ ਤੇਰੇ ਅੰਦਰ ਹਾਵੀ ਹਨ ਇਹਨਾਂ ਦਾ ਤਿਆਗ ਕਰ। ਚੌਥੇ ਨੰਬਰ ਤੇ ਦੂਜਾ ਦਾ ਅਰਥ ਜਿਹੜੀ ਦੁਬਿਧਾ ਵਾਲੀ ਦਵੈਤ ਹੈ। ਇਹ ਚਾਰ ਚੀਜ਼ਾਂ ਦਾ ਸਤਿਗੁਰੂ ਕਹਿੰਦੇ ਤਿਆਗ ਕਰ ਦੇ, ਛੱਡ ਦੇ। ਏਕ ਸਿਓ ਲਿਵ ਲਾਈਆ। ਫਿਰ ਇੱਕ ਪਰਮਾਤਮਾ ਵਾਹਿਗੁਰੂ ਦੇ ਨਾਲ ਆਪਣੀ ਜਿਹੜੀ ਲਿਵ ਸੁਰਤ ਹੈ ਉਹਨੂੰ ਲਾਉਣਾ ਕਰ। ਅਰਪ ਮਨ ਤਨ ਪ੍ਰਭੂ ਆਗਾ। ਆਪਣਾ ਜਿਹੜਾ ਮਨ ਹੈ ਤੇ ਸੰਕਲਪਾਂ ਵਿਕਲਪਾਂ ਦੀ ਪੰਡ ਇਹ ਵੀ ਪ੍ਰਭੂ ਦੇ ਅੱਗੇ ਅਰਪਿਤ ਕਰ ਦੇ। ਤੇ ਤਨ ਜਿਹੜਾ ਗੰਦਗੀ ਕੀ ਤੋਮੜੀ, ਗੰਦਗੀ ਦੀ ਕੋਠੜੀ ਹੈ, ਇਹ ਵੀ ਪ੍ਰਭੂ ਪਰਮਾਤਮਾ ਨੂੰ ਸਮਰਪਿਤ ਕਰ ਦੇ, ਭੇਟਾ ਕਰ ਦੇ। ਆਪ ਸਗਲ ਮਿਟਾਈਆ। ਤੇ ਆਪਣਾ ਜਿਹੜਾ ਆਪਾ ਭਾਵ ਹੈ ਸਾਰਾ ਜਿੰਨਾ ਵੀ ਤੂੰ ਹੰਕਾਰ ਕਰਦਾ ਪਿਆ ਸਾਰਾ ਮੇਟ ਦੇ, ਦੂਰ ਕਰ ਦੇਣਾ ਕਰ। ਬਿਨਵੰਤ ਨਾਨਕ ਧਾਰ ਕਿਰਪਾ। ਇਹ ਬਿਨਵੰਤ ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਬਚਨ ਉਚਾਰਨ ਕਰਦੇ ਨੇ। ਸਾਡੀ ਬੇਨਤੀ ਹੈ
हे ਅਕਾਲ ਪੁਰਖ ਪਰਮਾਤਮਾ ਜੀ ਸਾਡੇ ਤੇ ਐਸੀ ਕਿਰਪਾ ਧਾਰਨ ਕਈਏ ਕਰਨੀ ਕਰੋ ਬਖਸ਼ਿਸ਼ ਕਰ ਦਿਓ। ਸਾਚ ਨਾਮ ਸਮਾਈਆ ਇਹ ਇੱਕੋ ਇੱਕ ਆਪ ਜੀ ਦਾ ਜਿਹੜਾ ਸੱਚਾ ਨਾਮ ਹੈ ਤੇਰੀ ਪ੍ਰਾਪਤੀ ਕਰਵਾਉਣ ਵਾਲਾ, ਉਹਦੇ ਅੰਦਰ ਸੁਰਤ ਕਰਕੇ ਸਮਾ ਜਾਈਏ, ਲੀਨ ਹੋ ਜਾਈਏ। ਲੋਕ ਰੇ ਮਨ ਤਾਕੋ ਧਿਆਈਆ। ਤੀਸਰਾ ਜਿਹੜਾ ਸ਼ਲੋਕ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਨੇ, ਰੇ ਮਨ ਹੈ ਮੇਰੇ ਪਿਆਰੇ ਮਨਾ ਤਾਂ ਕੋ ਧਿਆਈਐ। ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਸਦਾ ਧਿਆਇਆ ਕਰ, ਚੇਤੇ ਕਰਿਆ ਕਰ। ਸਭ ਵਿਦ ਜਾ ਕਾ ਹਾਥ ਜਿੰਨੀਆਂ ਵੀ ਦੁਨੀਆ ਦੀਆਂ ਪੈਦਾ ਕਰਨ ਦੀਆਂ, ਦੁਨੀਆ ਦੀ ਪਾਲਣਾ ਦੀਆਂ, ਦੁਨੀਆ ਦੀ ਲੈਤਾ ਕਰਨ ਦੀਆਂ ਸਾਰੀਆਂ ਜਿੰਨੀਆਂ ਵਿਧੀਆਂ ਨੇ, ਜਿੰਨੇ ਢੰਗ ਨੇ, ਜਿੰਨੇ ਤਰੀਕੇ ਨੇ, ਇਹ ਸਾਰੇ ਜਿਸ ਪਰਮਾਤਮਾ ਦੇ ਹੱਥ ਵਸ ਨੇ। ਜੇ ਚਾਹੇ ਤਾਂ ਮੁਰਦੇ ਵਿੱਚ ਜਾਨ ਪਾ ਕੇ ਖੜਿਆਂ ਕਰ ਸਕਦਾ, ਜੇ ਚਾਹੇ ਤੇ ਖੜੇ ਦੇ ਵਿੱਚੋਂ ਚੇਤਨ ਸੱਤਾ ਕੱਢ ਕੇ ਮੁਰਦਾ ਬਣਾ ਸਕਦਾ, ਚਾਹੇ ਤਾਂ ਦੁਨੀਆ ਨੂੰ ਪਾਣੀ ਵਿੱਚ ਡੋਬ ਕੇ ਖਤਮ ਕਰ ਸਕਦਾ, ਜੇ ਚਾਹੇ ਤਾਂ ਪਾਣੀ ਵਿੱਚੋਂ ਧਰਤੀ ਨੂੰ ਦੁਬਾਰੇ ਪੈਦਾ ਕਰ ਸਕਦਾ। ਇਹ ਸਾਰੇ ਜਿੰਨੀਆਂ ਵੀ ਵਿਧੀਆਂ, ਢੰਗ, ਤਰੀਕੇ ਜਿਸ ਪਰਮਾਤਮਾ ਦੇ ਹੱਥ ਵਸ ਨੇ, ਹੇ ਮਨਾ ਉਹਨੂੰ ਸਦਾ ਧਿਆਇਆ ਕਰ। ਰਾਮ ਨਾਮ ਧਨ ਸੰਚੀਆ। ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਰੂਪੀ ਜਿਹੜਾ ਧਨ ਹੈ ਉਹਨੂੰ ਸਾਂਚੀਏ, ਇਕੱਠਾ ਕਰ ਜ਼ਿੰਦਗੀ ਵਿੱਚ। ਨਾਨਕ ਨਿਭੈ ਸਾਥ। ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕੇ ਸਤਿਗੁਰੂ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ ਜਪਿਆ ਹੋਇਆ ਇਹ ਜ਼ਿੰਦਗੀ ਦੇ ਵਿੱਚ ਨਾਲ ਨਿਭਣਾ ਕਰੇਗਾ ਅੰਤਲੇ ਸਮੇਂ ਵੀ। ਸ਼ੰਤ ਸਾਥੀ ਅੜਾ ਪ੍ਰਭ ਏਕ। ਜਸ ਰੂਪ ਬਾਣੀ ਸਤਿਗੁਰੂ ਉਚਾਰਨ ਕਰਦੇ ਨੇ, ਇੱਕੋ ਇੱਕ ਜਿਹੜਾ ਪ੍ਰਭੂ ਵਿਆਪਕ ਪਰਮਾਤਮਾ ਉਹ ਸਾਰੇ ਜੀਵਾਂ ਦਾ ਸਾਥੀ ਹੈ, ਸਾਰਿਆਂ ਦਾ ਮਿੱਤਰ ਹੈ। ਦੂਸਰ ਨਾਹੀ ਕੋਇ। ਪਰਮਾਤਮਾ ਜੀ ਤੋਂ ਬਿਨਾਂ ਦੂਸਰਾ ਕੋਈ ਵੀ ਜੀਵ ਦਾ ਸਾਥੀ ਨਹੀਂ ਬਣਿਆ, ਨਾ ਕੋਈ ਬਣੇਗਾ। ਥਾਨ ਥਨੰਤਰ ਆਪ। ਜਿੰਨੇ ਵੀ ਥਾਂ ਕਹੀਏ ਸਥਾਨ ਬਣੇ ਹੋਏ ਨੇ, ਉਹਨਾਂ ਸਥਾਨਾਂ ਦੇ ਥਨਾਂਤਰ ਕਹੀਏ ਅੰਦਰ ਪਰਮਾਤਮਾ ਵਾਹਿਗੁਰੂ ਆਪ ਹੀ ਮੌਜੂਦ ਹੈ। ਜਲ ਥਲ ਪੂਰ ਸੋਏ। ਜਲ ਪਾਣੀਆਂ ਦੇ ਵਿੱਚ ਵੀ ਪੂਰ ਭਰਿਆ ਹੋਇਆ ਹੈ, ਸੋਏ ਉਹ ਪਰਮਾਤਮਾ। ਤੇ ਥਲ ਜਿਹੜੇ ਮਾਰੂ ਥਲ ਦੇ ਖੁਸ਼ਕ ਇਲਾਕੇ ਜਿੱਥੇ ਪਾਣੀ ਲੱਭਿਆਂ ਤੋਂ ਨਹੀਂ ਮਿਲਦਾ, ਉਥੇ ਵੀ ਪਰਮਾਤਮਾ ਦੀ ਜੋਤ ਮੌਜੂਦ ਹੈ। ਜਲ ਥਲ ਮਹੀਲ ਪੂਰ ਰਹਿਆ। ਜਲਾਂ ਪਾਣੀਆਂ ਵਿੱਚ ਥਲ ਖੁਸ਼ਕ ਇਲਾਕਿਆਂ ਵਿੱਚ ਮਹੀ ਧਰਤੀ ਤੇ ਅਲ ਆਕਾਸ਼ ਦੇ ਵਿੱਚ ਪਰਿਪੂਰਨ ਹੈ। ਇਸੇ ਤਰ੍ਹਾਂ ਜਲ ਦੀ ਨਿਆਈ ਜਿਹੜੇ ਪ੍ਰੇਮੀ ਹਨ ਗੁਰੂ ਦੇ ਪਿਆਰੇ, ਉਹਨਾਂ ਦੇ ਅੰਦਰ ਵੀ ਪਰਿਪੂਰਨ ਹੈ। ਥਲ ਜਿਹੜੇ ਖੁਸ਼ਕ ਲੋਕ ਜਿਨ੍ਹਾਂ ਨੂੰ ਨਿਸ਼ਰਦਕ ਕਿਹਾ ਜਾਂਦਾ, ਜਿਨ੍ਹਾਂ ਦੀ ਸ਼ਰਧਾ ਨਹੀਂ ਬਣਦੀ, ਜਿਨ੍ਹਾਂ ਅੰਦਰ ਪ੍ਰੇਮ ਨਹੀਂ ਪਰਮਾਤਮਾ ਜੀ ਦਾ, ਜੋਤ ਉਹਨਾਂ ਵਿੱਚ ਵੀ ਪਰਮਾਤਮਾ ਦੀ ਵਰਤਦੀ ਹੈ। ਮਹੀ ਜਿਹੜੀ ਸਾਡੀ ਬੁੱਧੀ ਰੂਪ ਧਰਤੀ ਹੈ, ਹਰ ਕਿਸੇ ਦੀ ਬੁੱਧੀ ਦੇ ਅੰਦਰ ਵੀ ਪਰਮਾਤਮਾ ਮੌਜੂਦ ਹੈ। ਅਲ ਨਾਮ ਹੁੰਦਾ ਆਕਾਸ਼ ਦਾ। ਆਕਾਸ਼ ਦੀ ਨਿਆਈ ਜਿਹੜਾ ਸਾਡਾ 10ਵਾਂ ਦਵਾਰ ਹੈ, ਕਿਉਂਕਿ ਜੋਗੀ ਲੋਕ ਉੱਥੇ ਆਪਣਾ ਧਿਆਨ ਟਿਕਾਉਂਦੇ ਨੇ 10ਵੇਂ ਦਵਾਰ ਵਿੱਚ, ਅੰਗੁਸ਼ਟ ਪ੍ਰਮਾਣ ਕਰਕੇ ਪਰਮਾਤਮਾ ਨੂੰ ਮੰਨਦੇ ਨੇ। ਇਸ ਲਈ ਉੱਥੇ ਆਕਾਸ਼ ਵਿੱਚ ਵੀ ਮਹੀ ਬੁੱਧੀ ਰੂਪ ਧਰਤੀ ਵਿੱਚ ਥਲ ਖੁਸ਼ਕ ਜਿਹੜੇ ਸ਼ਰਧਾ ਤੋਂ ਪ੍ਰੇਮ ਤੋਂ ਹੀਣੇ, ਉਹਨਾਂ ਅੰਦਰ ਵੀ ਪਾਣੀ ਦੀ ਨਿਆਈ ਪ੍ਰੇਮੀਆਂ ਦੇ ਅੰਦਰ ਵੀ ਮਿਲਿਆ ਹੋਇਆ ਪਰਮਾਤਮਾ। ਸਰਬ ਦਾਤਾ ਪ੍ਰਭ ਧਣੀ। ਸਰਬ ਸਾਰਿਆਂ ਜੀਆਂ ਨੂੰ ਦਾਤਾਂ ਦੇਣ ਵਾਲਾ ਸ਼੍ਰੋਮਣੀ ਦਾਤਾ ਹੈ ਤੇ ਸਾਰਿਆਂ ਦਾ ਉਹ ਪਰਮਾਤਮਾ ਧਨੀ ਮਾਲਕ ਕਿਹਾ ਜਾਂਦਾ। ਗੋਪਾਲ ਗੋਬਿੰਦ ਅੰਤ ਨਾਹੀ। ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ, ਗੋਬੇਦਾਂ ਕਰਕੇ ਬਿੰਦ ਜਾਣਨੇ ਯੋਗ ਪਰਮਾਤਮਾ ਦਾ ਕਦੇ ਅੰਤ ਨਹੀਂ ਪਾਇਆ ਜਾਂਦਾ। ਬੇਅੰਤ ਗੁਣ ਤਾਕੇ ਕਿਆ ਗਣੀ। ਉਸ ਵਾਹਿਗੁਰੂ ਜੀ ਦੇ ਜਿਹੜੇ ਗੁਣ ਬੇਅੰਤ ਹਨ, ਅੰਤ ਤੋਂ ਰਹਿਤ ਨੇ, ਗਿਣੇ ਨਹੀਂ ਜਾ ਸਕਦੇ। ਉਹਦੇ ਗੁਣਾਂ ਨੂੰ ਕਿਆ ਗਣੀ, ਕਿਵੇਂ ਗਿਣਨਾ ਕਰਾਂ, ਨਹੀਂ ਗਿਣੇ ਜਾ ਸਕਦੇ ਹਨ। ਭਜ ਸਰਨ ਸੁਆਮੀ ਸੁਖ ਹੈ ਗਾਮੀ। ਐਸਾ ਜਿਹੜਾ ਪ੍ਰਭੂ ਪਰਮਾਤਮਾ ਸੁਆਮੀ ਸਰਬ ਜੀਆਂ ਦਾ ਮਾਲਕ ਹੈ, ਉਸ ਪਰਮਾਤਮਾ ਦੀ ਸ਼ਰਨ ਵਿੱਚ ਪੈ ਕਰਕੇ ਭਜ ਉਹਦਾ ਭਜਨ ਕਰਿਆ ਕਰ, ਉਹਨੂੰ ਚੇਤੇ ਕਰਿਆ ਕਰ।
ਜਿਹੜਾ ਪਰਮਾਤਮਾ ਤੈਨੂੰ ਸੁੱਖਾਂ ਦੇ ਅੰਦਰ ਗਾਮੀ ਗਮਨ ਕਰਵਾਉਣ ਵਾਲਾ, ਜ਼ਿੰਦਗੀ ਦੇ तमाम ਸੁੱਖ ਤੈਨੂੰ ਦੇ ਦੇਵੇਗਾ। ਤਿਸ ਬਿਨਾ ਅਨ ਨਾਹੀ ਕੋਈ। ਤਿਸ ਕਰਤੇ ਪੁਰਖ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾ ਅਨ ਦੂਸਰਾ ਕੋਈ ਵੀ ਨਹੀਂ, ਨਾ ਮਾਤ ਲੋਕ ਨਾ ਪਰਲੋਕ ਵਿੱਚ। ਬਿਨਵੰਤ ਨਾਨਕ ਦਇਆ ਧਾਰਹੁ। ਬਿਨਵੰਤ ਬੇਨਤੀ ਪੂਰਵਕ ਸਤਿਗੁਰੂ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਨੇ, ਸਾਡੇ ਤੇ ਮਹਾਰਾਜ ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ। ਇਸ ਪ੍ਰਾਪਤ ਨਾਮ ਹੋਏ। ਇਸ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਸ਼੍ਰੋਮਣੀ ਨਾਮ ਹੈ ਉਹ ਸਾਨੂੰ ਜ਼ਿੰਦਗੀ ਵਿੱਚ ਪ੍ਰਾਪਤ ਹੋ ਜਾਵੇ ਜਪਣ ਵਾਸਤੇ। ਸ਼ਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਚੌਥਾ ਸ਼ਲੋਕ ਅੱਗੇ ਉਚਾਰਨ ਕਰਦੇ ਨੇ, ਚਿੱਤ ਜੇ ਚਿਤਵਿਆ। ਜਿਹੜਾ ਚਿੱਤ ਦੇ ਅੰਦਰ ਚਿਤਵਿਆ ਸੀ, ਚੇਤੇ ਕੀਤਾ ਸੀ, ਜਿਹੜਾ ਸੰਕਲਪ ਬਣਿਆ ਸੀ, ਯਾਦ ਕੀਤਾ ਸੀ, ਸੋ ਮੈਂ ਪਾਇਆ। ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਪਾ ਲਿਆ ਹੈ। ਕੀ ਪਾਇਆ ਹੈ ਅੱਗੇ ਉਚਾਰਨ ਕਰਦੇ ਹਨ। ਨਾਨਕ ਨਾਮ ਧਿਆਏ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦਾ ਇੱਕ ਜਿਹੜਾ ਸੱਚਾ ਨਾਮ ਸੀ ਉਹ ਅਸੀਂ ਚਿੱਤ ਵਿੱਚ ਚਿਤਵਦੇ ਸੀ ਵੀ ਸਾਨੂੰ ਵੀ ਨਾਮ ਦੀ ਦਾਤ ਮਿਲ ਜਾਵੇ, ਨਾਮ ਹਿਰਦੇ ਵਿੱਚ ਆ ਕੇ ਬਸ ਜਾਵੇ। ਉਹ ਅੱਜ ਕਿਰਪਾ ਕਰ ਦਿੱਤੀ ਪਰਮਾਤਮਾ ਨੇ। ਉਸ ਨਾਮ ਨੂੰ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ, ਪਰਮਾਤਾ ਪਰਮਾਨ ਪਰਮੇ ਦੇ ਦੁਆਰਾ ਤ੍ਰਿਕੁਟੀ ਨੂੰ ਬਿਨ ਕਰਕੇ ਧਿਆਏ ਧਿਆਉਣਾ ਕੀਤਾ ਹੈ। ਸੁਖ ਸੁਭਾਇਆ। ਸਰਬ ਤਰ੍ਹਾਂ ਦੇ ਜਿੰਨੇ ਵੀ तमाम ਸੁੱਖ ਨੇ, ਸਭ ਤਰ੍ਹਾਂ ਦੇ ਸੁੱਖ ਸਾਨੂੰ ਪ੍ਰਾਪਤ ਹੋ ਗਏ ਹਨ। ਸੰਤ ਆਪ ਮਨ ਛੂਟ ਗਿਆ। ਸਤਿਗੁਰੂ ਜੀ ਜਸ ਰੂਪ ਬਾਣੀ ਸ਼ਾਂਤ ਸਰਲੇਖ ਦੇ ਹੇਠ ਉਚਾਰਨ ਕਰਦੇ ਨੇ, ਅਬ ਮਨ ਛੂਟ ਗਿਆ। ਹੁਣ ਜਿਹੜਾ ਸਾਡਾ ਮਨ ਸੀ ਇਹ ਬੰਧਨਾਂ ਦੇ ਵੱਲੋਂ 6 ਤਰ੍ਹਾਂ ਦੇ ਬੰਧਨ ਹੁੰਦੇ, ਕਰਤਾ ਭੋਗਤਾ ਹੰਗਤਾ ਮਮਤਾ ਜੰਮਣ ਤੇ ਮਰਨ। ਇਹ 6 ਤਰ੍ਹਾਂ ਦੇ ਬੰਧਨਾਂ ਵੱਲੋਂ ਮਨ ਛੁੱਟ ਗਿਆ, ਆਜ਼ਾਦ ਹੋ ਗਿਆ। ਸਾਧੂ ਸੰਗ ਮਿਲੇ। ਮਨ ਛੁੱਟਿਆ ਕਿਵੇਂ? ਜਦੋਂ ਪੂਰਨ ਸਾਧੂ ਦਾ ਮਿਲਾਪ ਹੋ ਗਿਆ, ਪੂਰਨ ਸਤਿਗੁਰੂ ਪਿਤਾ ਗੁਰੂ ਰਾਮਦਾਸ ਜੀ ਮਿਲ ਗਏ ਹਨ। ਗੁਰਮੁਖ ਨਾਮ ਲਿਆ। ਮੁਖੀ ਗੁਰਾਂ ਦੇ ਰਸਨਾ ਤੋਂ ਸੁਣ ਕਰਕੇ ਗੁਰਮੁਖਾਂ ਦੇ ਨਾਲ ਮਿਲ ਕੇ ਜਦੋਂ ਪਰਮਾਤਮਾ ਦਾ ਨਾਮ ਲੈਣਾ ਕੀਤਾ, ਜਪਣਾ ਕੀਤਾ। ਜੋਤੀ ਜੋਤ ਰਲੇ। ਇਹ ਜੋਤੀ ਦਾ ਅਰਥ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ, ਇਹਨੂੰ ਕਹਿੰਦੇ ਪਰਮਾਤਮਾ ਦੀ ਜੋਤ ਨੂੰ ਸਵਯੰ ਜੋਤ। ਤੇ ਜਿਹੜੀ ਜੋਤ ਜੀਵਾਂ ਦੇ ਅੰਦਰ ਵਰਤਦੀ, ਹਰ ਕਿਸੇ ਬੰਦੇ ਅੰਦਰ ਵੱਖੋ ਵੱਖਰੀ ਜੋਤ ਜਿਹੜੀ ਕੰਮ ਕਰਦੀ, ਇਹਨੂੰ ਪ੍ਰਤੱਖ ਜੋਤ ਕਹਿੰਦੇ ਨੇ। ਸਾਡੀ ਜੀਵਾਂ ਦੀ ਜਿਹੜੀ ਪ੍ਰਤੱਖ ਜੋਤ ਸੀ, ਇਹ ਜੋਤੀ ਸਵਯੰ ਸਰੂਪ ਦੇ ਅੰਦਰ ਜਾ ਕਰਕੇ ਮਿਲ ਗਈ ਹੈ। ਸਾਡੀ ਏਕਤਾ ਬਣ ਗਈ ਪਰਮਾਤਮਾ ਦੇ ਨਾਲ। ਹਰ ਨਾਮ ਸਿਮਰਤ ਮਿਟੇ ਕਿਲ ਬਿਖ। ਜਦੋਂ ਹਰੀ ਪਰਮਾਤਮਾ ਜੀ ਦੇ ਨਾਮ ਨੂੰ ਸਿਮਰਨਾ ਕੀਤਾ, ਚੇਤੇ ਕੀਤਾ, ਯਾਦ ਕੀਤਾ ਹੈ, ਉਹਦੇ ਸਦਕਾ ਕਿਲ ਵਿਖ ਜਿਹੜੇ 4 ਬੱਜਰ ਪਾਪ ਸੀ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹ ਚਾਰੇ ਜਿਹੜੇ ਬੱਜਰ ਪਾਪ ਉਹ ਵੀ ਕੱਟੇ ਗਏ ਨੇ, ਮਿਟ ਗਏ ਹਨ। ਬੁਝੀ ਤਪਤ ਅਗਾਨਿਆ। ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ ਉਹ ਵੀ ਬੁਝ ਜਾਣਾ ਕੀਤੀ, ਤੇ ਇਸ ਲਈ ਅੰਦਰੋਂ ਬਿਲਕੁਲ ਸ਼ਾਂਤੀ ਬਣ ਗਈ। ਅਗਾਨਿਆਂ ਦਾ ਅਰਥ ਤ੍ਰਿਪਤੀ ਹੋ ਗਈ ਹੈ। ਜਦੋਂ ਪ੍ਰਸ਼ਾਦਾ ਛਕ ਕੇ ਬੰਦਾ ਕਹਿੰਦਾ ਜੀ ਬਿਲਕੁਲ ਹੁਣ ਭੁੱਖ ਮਿਟ ਗਈ, ਮੈਂ ਤ੍ਰਿਪਤ ਹੋ ਗਿਆ, ਇਉਂ ਤ੍ਰਿਸ਼ਨਾ ਦੀ ਅੱਗ ਨਾਮ ਜਪਣ ਕਰਕੇ ਬੁਝ ਗਈ ਹੈ। ਬਿਲਕੁਲ ਹਰ ਤਰ੍ਹਾਂ ਕਰਕੇ ਤ੍ਰਿਪਤੀ ਬਣ ਗਈ ਹੈ। ਕਹਿ ਭੁਜਾ ਲੀਨੇ ਦਇਆ ਕੀਨੇ। ਜਦੋਂ ਪਰਮਾਤਮਾ ਜੀ ਨੇ ਦਇਆ ਦ੍ਰਿਸ਼ਟੀ ਕਰਨਾ ਕੀਤੀ ਤੇ ਸਾਡੀ ਬੁੱਧੀ ਰੂਪ ਜਿਹੜੀ ਭੁਜਾ ਸੀ ਤੇ ਉਹਨੂੰ ਗਹਿ ਪਕੜ ਲੈਣਾ ਕੀਤਾ ਤੇ ਆਪਣੇ ਬਣਾ ਲਿਆ ਹੈ। ਆਪਣੇ ਕਰ ਮਾਨਿਆ। ਸਾਡੀ ਜਿਹੜੀ ਭਾਵਨਾ ਸੀ, ਸਾਡੀ ਬੇਨਤੀ, ਉਹਨੂੰ ਮਾਨਿਆ। ਮਨ ਕਰਕੇ ਪਰਮਾਤਮਾ ਨੇ ਬਾਹ ਪਕੜ ਕੇ ਸਦਾ ਲਈ ਆਪਣੇ ਬਣਾ ਕੇ ਰੱਖ ਲਿਆ ਹੈ। ਲੈ ਅੰਕ ਲਾਏ ਹਰ ਮਿਲਾਏ। ਪਰਮੇਸ਼ਰ ਵਾਹਿਗੁਰੂ ਜੀ ਨੇ ਲੈ ਦਾ ਅਰਥ ਆਪਣੀ ਗਲਵਕੜੀ ਵਿੱਚ ਲੈ ਕਰਕੇ, ਅੰਕ ਦਾ ਅਰਥ ਹੁੰਦਾ ਪ੍ਰੇਮ, ਜਿਹੜਾ ਸੀ ਪਰਮਾਤਮਾ ਨੇ ਆਪਣਾ ਪ੍ਰੇਮ ਲਾ ਦਿੱਤਾ। ਤੇ ਜਦੋਂ ਗਲਵਕੜੀ ਵਿੱਚ ਲੈ ਕਰਕੇ ਪਰਮਾਤਮਾ ਨੇ ਅੰਦਰੋਂ ਦਿਲੀ ਪ੍ਰੇਮ ਲਾਇਆ ਆਪਣੇ ਨਾਮ ਨਾਲ, ਤੇ ਹਰ ਮਿਲਾਏ।
ਫਿਰ ਆਪਣੇ ਸਰੂਪ ਦੇ ਵਿੱਚ ਸਾਡੀ ਮਲੌਤਾ ਕਰ ਦਿੱਤੀ, ਮੇਲ ਲਿਆ ਹੈ। ਜਨਮ ਮਰਨ ਦੁਖ ਜਲੇ, ਜਿਹੜਾ ਜੰਮਣ ਤੇ ਮਰਨ ਦਾ ਦੁੱਖ ਸੀ ਇਹ ਜਲ ਗਿਆ, ਸੜ ਗਿਆ, ਬਿਲਕੁਲ ਖਤਮ ਹੋ ਗਿਆ। ਬਿਨਵੰਤ ਨਾਨਕ ਦਇਆ ਧਾਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਬੇਨਤੀ ਪੂਰਵਕ ਬਚਨ ਉਚਾਰਦੇ ਨੇ, ਪਰਮਾਤਮਾ ਵਾਹਿਗੁਰੂ ਨੇ ਐਸੀ ਦਇਆ ਦ੍ਰਿਸ਼ਟੀ ਧਾਰੀ ਕੀਤੀ ਹੈ। ਮੇਲ ਲੀਨੇ ਇੱਕ ਪਾਲੇ, ਜਿਹੜੇ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਬਹੁਤ ਲੰਬੇ ਸਮੇਂ ਤੋਂ ਜੂਨਾਂ ਵਿੱਚ ਘੁੰਮਦੇ ਫਿਰਦੇ ਸੀ, ਅੱਜ ਇੱਕ ਪਲ ਦੇ ਵਿੱਚ ਹੀ ਪਰਮਾਤਮਾ ਨੇ ਮੇਲ ਲਿਆ ਹੈ। ਪਲ ਦਾ ਅਰਥ ਹੁੰਦਾ ਬਹੁਤ ਥੋੜਾ ਸਮਾਂ, ਥੋੜੇ ਤੋਂ ਥੋੜੇ ਜਿਹੇ ਸਮੇਂ ਵਿੱਚ ਪਰਮਾਤਮਾ ਨੇ ਆਪਣੇ ਸਰੂਪ ਦੇ ਅੰਦਰ ਸਾਨੂੰ ਲੀਨ ਕਰ ਲਿਆ, ਅਭੇਦ ਕਰ ਲਿਆ ਹੈ। ਇਹ ਪਰਮ ਪਵਿੱਤਰ ਉਪਦੇਸ਼ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰੀ ਮੁਖ ਵਾਕ ਦੇ ਦੁਆਰਾ ਬਖਸ਼ਿਸ਼ ਕੀਤੇ ਨੇ। ਆਓ ਕੁਝ ਕੁ ਸਮੇਂ ਵਾਸਤੇ ਕੇਵਲ ਅੱਖਰੀ ਅਰਥ ਜਿਹੜੇ ਨੇ, ਸਾਵਣ ਦੇ ਮਹੀਨੇ ਦੀ ਸੰਕਰਾਂਤ ਦਾ ਸ਼ੁਭ ਦਿਹਾੜਾ ਹੈ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜੋ ਮਾਝ ਰਾਗ ਦੇ ਅੰਦਰ ਸਾਵਣ ਮਹੀਨੇ ਦੀ ਵਿਚਾਰ ਦਰਸਾ ਰਹੇ ਨੇ, ਆਓ ਆਪਾਂ ਪਿਆਰ ਸਤਿਕਾਰ ਨਾਲ ਸ਼ਰਵਣ ਕਰੀਏ ਜੀ। ਸਾਵਨ ਸਰਸੀ ਕਾਮਣੀ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਇਹ 12 ਮਹੀਨੇ ਉਚਾਰਨ ਕੀਤੇ ਨੇ, ਤਾਂ ਸਾਧ ਸੰਗਤ ਜੀ ਜਿਹੜੀਆਂ 12 ਮਹੀਨਿਆਂ ਵਿੱਚ 6 ਰੁੱਤਾਂ ਬਣਦੀਆਂ ਨੇ, 2-2 ਮਹੀਨੇ ਦੀ ਇੱਕ ਰੁੱਤ ਮੰਨੀ ਜਾਂਦੀ ਹੈ। ਇਹ ਜਿਹੜਾ ਸਾਵਣ ਦਾ ਮਹੀਨਾ ਤੇ ਅੱਗੇ ਭਾਦਰੋਂ ਦਾ ਮਹੀਨਾ ਆਵੇਗਾ, ਇਹ 2 ਮਹੀਨਿਆਂ ਦੀ ਇੱਕ ਪਾਵਸ ਰੁੱਤ ਬਣਦੀ ਹੈ। ਇਹ ਜਾਣ ਲਈਏ ਕਿ ਅੱਜ ਸਾਵਣ ਦਾ ਮਹੀਨਾ ਸ਼ੁਰੂ ਹੋ ਰਿਹਾ ਤੇ ਪਾਵਸ ਜਿਹੜੀ ਰੁੱਤ ਹੈ ਉਹ ਵੀ ਇਹ 2 ਮਹੀਨਿਆਂ ਦੇ ਵਿੱਚ ਹੀ ਬਣੇਗੀ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਾਵਣ ਸਰਸੀ ਕਾਮਣੀ। ਸਾਵਣ ਦੇ ਮਹੀਨੇ ਦੁਆਰਾ ਉਪਦੇਸ਼ ਹੈ। ਕਾਮਣੀ ਦਾ ਅਰਥ ਹੁੰਦਾ ਇਸਤਰੀ, ਉਹ ਜੀਵ ਰੂਪ ਇਸਤਰੀ। ਸਰਸੀ ਦਾ ਅਰਥ ਸਹਿਤ ਰਸਾਂ ਦੇ, ਜਿਸ ਨੂੰ ਆਤਮਕ ਰਸ ਅੰਦਰੋਂ ਪ੍ਰਾਪਤ ਹੋ ਗਿਆ, ਉਹ ਜੀਵ ਰੂਪ ਇਸਤਰੀ ਸਹਿਤ ਰਸ ਦੇ ਬਣ ਜਾਂਦੀ ਹੈ। ਚਰਨ ਕਮਲ ਸਿਉ ਪਿਆਰ, ਜਿਸ ਦਾ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਬਾਣੀ ਸਿਮਰਨ ਰੂਪ ਚਰਨਾਂ ਦੇ ਨਾਲ ਪਿਆਰ ਪੈ ਗਿਆ। ਇੱਥੇ ਕਮਲ ਸ਼ਬਦ ਵੀ ਵਰਤਿਆ ਹੈ ਕਿ ਜਿਵੇਂ ਕਮਲ ਦਾ ਫੁੱਲ ਚਿੱਕੜ ਤੋਂ ਨਿਰਲੇਪ ਰਹਿੰਦਾ, ਗੁਰੂ ਦੇ ਨਾਮ ਬਾਣੀ ਰੂਪ ਜਿਹੜੇ ਚਰਨ ਹਨ, ਇਹ ਦੁਨੀਆ ਦੀ ਮੋਹ ਮਾਇਆ ਦੇ ਚਿੱਕੜ ਤੋਂ ਨਿਰਲੇਪ ਰਹਿੰਦੇ ਨੇ। ਕਮਲ ਦੇ ਫੁੱਲ ਵਿੱਚ ਸੁਗੰਧੀ ਹੁੰਦੀ ਹੈ, ਇਸ ਲਈ ਇਧਰ ਭਾਉ ਭਗਤੀ ਦੀ ਸੁਗੰਧੀ ਗੁਰੂ ਦੇ ਚਰਨਾਂ ਵਿੱਚ ਹੈ। ਕਮਲ ਦੇ ਫੁੱਲ ਦੇ ਉੱਪਰ ਧੂੜਾ ਹੋਇਆ ਕਰਦਾ, ਇਧਰ ਜਿਹੜਾ ਸਾਧ ਸੰਗਤ ਜੀ ਪ੍ਰੇਮ ਦਾ ਧੂੜਾ ਹੈ ਗੁਰੂ ਦੇ ਚਰਨਾਂ ਵਿੱਚ। ਫਿਰ ਬਾਕੀ ਜਿਹੜੇ ਕਵਲ ਦੇ ਉੱਪਰ ਆ ਕਰਕੇ ਅਨੇਕਾਂ ਭੌਰੇ ਗੂੰਜਾਂ ਪਾਉਂਦੇ ਨੇ, ਗੁਰੂ ਦੇ ਚਰਨਾਂ ਦੇ ਉੱਤੇ ਸਿਮਰਨ ਕਰਨ ਵਾਲੇ ਮਹਾਤਮਾ ਗੁਰਮੁਖ ਬ੍ਰਹਮ ਗਿਆਨੀ ਤਤ ਵੇਤੇ ਉਹ ਗੂੰਜਾਂ ਪਾਉਂਦੇ ਰਸ ਮਾਣਦੇ ਨੇ। ਇਸ ਲਈ ਗੁਰੂ ਦੇ ਜਿਹੜੇ ਚਰਨ ਹਨ, ਬਾਣੀ ਨਾਮ ਸਿਮਰਨ ਰੂਪ ਚਰਨ, ਜਿਨ੍ਹਾਂ ਜੀਵ ਰੂਪ ਇਸਤਰੀਆਂ ਦਾ ਐਸੇ ਚਰਨਾਂ ਕਮਲਾਂ ਨਾਲ ਪਿਆਰ ਪੈ ਗਿਆ, ਉਹ ਜੀਵ ਰੂਪ ਇਸਤਰੀਆਂ ਸਾਵਣ ਦੇ ਮਹੀਨੇ ਦੁਆਰਾ ਸਤਿਗੁਰੂ ਕਹਿੰਦੇ ਸਹਿਤ ਰਸ ਦੇ ਹੋ ਜਾਂਦੀਆਂ, ਆਤਮਕ ਰਸੀਏ ਬਣ ਜਾਂਦੇ ਹਨ। ਮਨ ਤਨ ਰਤਾ ਸੱਚ ਰੰਗ, ਜਿਨ੍ਹਾਂ ਗੁਰੂ ਪਿਆਰਿਆਂ ਦਾ ਮਨ ਵੀ ਤੇ ਤਨ ਸਰੀਰ ਵੀ ਤੇ ਰਤਾ ਸੱਚ ਰੰਗ, ਇੱਕ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰਤਾ ਤਦਾਕਾਰ ਹੋ ਗਏ। ਇੱਕੋ ਨਾਮ ਆਧਾਰ, ਉਹਨਾਂ ਗੁਰੂ ਪਿਆਰਿਆਂ ਨੂੰ ਇੱਕੋ ਇੱਕ ਪਰਮਾਤਮਾ ਦੇ ਨਾਮ ਦਾ ਆਧਾਰ ਆਸਰਾ ਹੁੰਦਾ ਹੈ। ਉਹ ਨਹੀਂ ਦੂਜੇ ਤੀਜੇ ਦਾ ਆਸਰਾ ਤੱਕਦੇ, ਪਰਮਾਤਮਾ ਦੇ ਨਾਮ ਦਾ ਆਸਰਾ ਲੈਣ ਵਾਲੇ ਗੁਰਮੁਖਾਂ ਦਾ ਮਨ ਵੀ ਰੰਗਿਆ ਜਾਂਦਾ ਤੇ ਤਨ ਨੂੰ ਵੀ ਰੰਗਤ ਚੜ ਜਾਂਦੀ। ਜਿਵੇਂ ਭਾਈ ਤਾਰੂ ਸਿੰਘ ਜੀ ਦੇ ਤਨ ਨੂੰ ਵੀ ਰੰਗਤ ਚੜ ਗਈ ਤੇ ਮਨ ਨੂੰ ਵੀ ਨਾਮ ਦੀ ਰੰਗਤ ਚੜ ਚੁੱਕੀ ਸੀ। ਤਨ ਜਿਹੜਾ 22 ਦਿਨ ਨਾਲੇ ਵਿੱਚ ਪਿਆ ਰਹਿਣਾ, ਜਪ ਜੀ ਦੀਆਂ ਆਵਾਜ਼ਾਂ ਆਉਂਦੀਆਂ ਰਹਿਣੀਆਂ, ਐਵੇਂ ਨਹੀਂ ਹੁੰਦਾ ਹੈ। ਇੱਕੋ ਨਾਮ ਆਧਾਰ ਜਦੋਂ ਇੱਕ ਪਰਮਾਤਮਾ ਦੇ ਨਾਮ ਦਾ ਆਸਰਾ ਮਿਲ ਜਾਂਦਾ, ਮਨ ਤਨ ਨੂੰ ਸੱਚਾ ਨਾਮ ਦਾ ਰੰਗ ਚੜ ਜਾਂਦਾ ਹੈ। ਵਿਖਿਆ ਰੰਗ ਕੂੜਾਵਿਆ, ਉਹਨਾਂ ਗੁਰੂ ਪਿਆਰਿਆਂ ਨੂੰ ਫਿਰ ਵਿਖਿਆ ਨਾਮ ਜਿਹੜੀ ਜ਼ਹਿਰ ਰੂਪੇ ਮਾਇਆ ਹੈ, ਮਾਇਆ ਦੇ ਜਿੰਨੇ ਵੀ ਰੰਗ ਆਨੰਦ ਚੋਜ ਨੇ, ਇਹ ਕੂੜਾਵਿਆ ਝੂਠੇ ਦਿਸਦੇ ਨੇ।
ਵਿਖਿਆ ਨਾਮ ਪੰਜ ਵਿਸ਼ਿਆਂ ਦਾ ਸ਼ਬਦ ਸਪਰਸ ਰੂਪ ਰਸ ਗੰਧ, ਇਹ ਪੰਜ ਵਿਸ਼ੇ ਹਨ। ਇਹਨਾਂ ਦੇ ਰੰਗ ਜਿਹੜੇ ਆਨੰਦ ਗੁਰਮੁਖਾਂ ਨੂੰ ਝੂਠੇ ਪ੍ਰਤੀਤ ਹੁੰਦੇ ਦਿਸਦੇ ਹਨ। ਦਿਸਨ ਸਭੇ ਛਾਰ, ਜਿੰਨੇ ਵੀ ਦੁਨੀਆ ਦੇ ਪਦਾਰਥ ਨੇ ਐਸੋ ਪ੍ਰਸਤੀ ਦੁਨੀਆ ਦੇ ਅੰਦਰ ਮਰਾਤਵੇ ਉਹਦੇ ਬੰਦੇ ਨੂੰ ਹਾਸਲ ਹੁੰਦੇ। ਗੁਰਮੁਖਾਂ ਦੀ ਨਦਰੀ ਦੇ ਅੰਦਰ ਸਾਰਾ ਕੁਝ ਇਸ਼ਾਰ ਇੱਕ ਸਵਾਹ ਦਾ ਰੂਪ ਹੁੰਦੇ ਨੇ। ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਭੇਦ ਹੋ ਜਾਣਾ, ਉਹਦੇ ਵਿੱਚ ਜਾ ਕੇ ਲੀਨਤਾ ਬਣ ਜਾਣੀ, ਇਹੀ ਅਸਲੀ ਸੁੱਖ ਹੈ। ਬਾਕੀ ਸਭ ਕੁਝ ਇਸ਼ਾਰ ਕਹੀਏ ਸਵਾਹ ਦਾ ਰੂਪ ਹੈ। ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਹਰਿਆ ਕਰਨ ਵਾਲੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਜਿਹੜੀ ਅੰਮ੍ਰਿਤ ਮਿਰਤੂ ਤੋਂ ਰਹਿਤ ਕਰ ਦੇਣ ਵਾਲੀ ਬੂੰਦ ਹੈ, ਇਹ ਸੁਹਾਵਣੀ ਸੋਭਨੀਕ ਹੈ। ਮਿਲ ਸਾਧੂ ਪੀਵਨ ਹਾਰ, ਨਾਮ ਦੀ ਸਵਾਂਤੀ ਬੂੰਦ ਮਿਲਦੀ ਕਿੱਥੋਂ? ਪੂਰਨ ਸਾਧੂ ਦੇ ਨਾਲ ਮਿਲ ਕੇ, ਪੂਰੇ ਗੁਰੂ ਨਾਲ ਮਿਲ ਕੇ, ਪੀਵਣ ਵਾਲਾ ਅਧਿਕਾਰੀ ਹੋ ਕੇ ਜਿਹੜੇ ਪੀਂਦੇ ਨੇ ਉਹਨਾਂ ਨੂੰ ਸਵਾਂਤੀ ਬੂੰਦ ਪ੍ਰਾਪਤ ਹੁੰਦੀ, ਆਨੰਦ ਮਾਣਦੇ ਹਨ। ਵਣ ਦਿਨ ਪ੍ਰਭ ਸੰਗ ਮੌਲਿਆ, ਗੁਰਮੁਖਾਂ ਦੀ ਦ੍ਰਿਸ਼ਟੀ ਕੀ ਹੁੰਦੀ? ਬਣ ਜੰਗਲਾਂ ਵਿੱਚ ਵੀ ਪ੍ਰਮਾਤਮਾ ਵਿਆਪਕ ਪ੍ਰਫੁੱਲਤ ਹੈ, ਤੇ ਤਿੰਨ ਜਿਹੜੇ ਕੱਖ ਨੇ ਉਹਨਾਂ ਦੇ ਵਿੱਚ ਵੀ ਪ੍ਰਮਾਤਮਾ ਮੌਲਿਆ ਪ੍ਰਫੁੱਲਤ ਹੋ ਰਿਹਾ। ਬਣ ਜਿਹੜਾ ਜੰਗਲ ਦੀ ਨਿਆਈ ਸਾਡਾ ਸਰੀਰ ਹੈ, ਸਾਰੇ ਸਰੀਰ ਵਿੱਚ ਵੀ ਪਰਮਾਤਮਾ ਮੌਲਿਆ ਕਹੀਏ ਪ੍ਰਫੁੱਲਤ ਹੋ ਰਿਹਾ, ਮਿਲਿਆ ਹੋਇਆ ਹੈ। ਤੇ ਤਿੰਨ ਕੱਖਾਂ ਦੀ ਨਿਆਈ ਸਾਡੇ ਗਿਆਨ ਤੇ ਕਰਮ ਇੰਦਰੇ ਹਨ, ਇਹਨਾਂ ਵਿੱਚ ਵੀ ਪਰਮਾਤਮਾ ਮੌਲਿਆ ਪ੍ਰਫੁੱਲਤ ਹੋ ਰਿਹਾ ਹੈ। ਸਮਰੱਥ ਪੁਰਖ ਅਪਾਰ, ਉਹ ਪਰਮਾਤਮਾ ਅਪਾਰ ਪਾਰਾਵਾਰ ਤੋਂ ਰਹਿਤ ਪੁਰਖ ਵਿਆਪਕ ਹੈ, ਸਮਰੱਥ ਸਰਵ ਸ਼ਕਤੀਆਂ ਦਾ ਮਾਲਕ ਹੈ। ਹਰ ਮਿਲਣਾ ਨੋ ਮਨ ਲੋਚਦਾ, ਐਸੇ ਹਰੀ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਣ ਵਾਸਤੇ ਸਾਡਾ ਮਨ ਬਹੁਤ ਲੋਚਦਾ, ਇੱਛਾ ਕਰਦਾ, ਚਾਹੁੰਦਾ ਹੈ। ਕਰਮ ਮਿਲਾਵਨ ਹਾਰ, ਪਰੰਤੂ ਪਰਮਾਤਮਾ ਨੂੰ ਮਿਲਾਉਣ ਵਾਲੇ ਕੇਵਲ ਨਿਸ਼ਕਾਮ ਕਰਮ ਹੁੰਦੇ, ਜਿਹੜੇ ਕਾਮਨਾ ਤੋਂ ਰਹਿਤ ਹੋ ਕੇ ਜੀਵ ਕਰਦਾ, ਭਾਉ ਭਗਤੀ ਕਰਦਾ, ਸੇਵਾ ਤੇ ਸਿਮਰਨ ਕਰਦਾ, ਕੋਈ ਕਾਮਨਾ ਨਾ ਹੋਵੇ, ਉਹ ਕਰਮ ਪਰਮਾਤਮਾ ਨੂੰ ਮਿਲਾ ਦਿੰਦੇ ਹਨ। ਜਿਨੇ ਸਖੀਏ ਪ੍ਰਭ ਪਾਇਆ, ਜਿਨ੍ਹਾਂ ਨੇ ਐਸੀਆਂ ਸਖੀਆਂ ਮਹਾਤਮਾ ਤਤ ਵੇਤਿਆਂ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਹਉ ਦਿਨ ਕੈ ਸਦ ਬਲਿਹਾਰ, ਅਸੀਂ ਦਾਸ ਉਹਨਾਂ ਤੋਂ ਸਦਾ ਮਨ ਕਰਕੇ, ਬਾਣੀ ਸਰੀਰ ਕਰਕੇ ਬਲਿਹਾਰ ਜਾਂਦੇ, ਕੁਰਬਾਨ ਜਾਂਦੇ ਹਾਂ। ਨਾਨਕ ਹਰ ਜੀ ਮਾਇਆ ਕਰ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਛਾਪ ਲਾ ਕੇ ਉਚਾਰਨ ਕਰਦੇ ਨੇ, ਹੇ ਹਰਿਆ ਕਰਨ ਵਾਲੇ ਹਰੀ ਪਰਮਾਤਮਾ ਜੀ, ਸਾਡੇ ਤੇ ਮਾਇਆ ਕਰੋ, ਕਿਰਪਾ ਦ੍ਰਿਸ਼ਟੀ ਕਰੋ, ਮਿਹਰ ਕਰ ਦਿਓ। ਸ਼ਬਦ ਸਵਾਰਨ ਹਾਰ, ਜਿਹੜਾ ਪਰਮਾਤਮਾ ਵਾਹਿਗੁਰੂ ਜੀ ਤੁਹਾਨੂੰ ਮਿਲਾਉਣ ਵਾਲਾ ਗੁਰੂ ਦਾ ਸ਼ਬਦ ਹੈ, ਤੇ ਉਹ ਸਾਨੂੰ ਪ੍ਰਾਪਤ ਕਰਵਾ ਦਿਓ। ਜਿਹੜੇ ਸ਼ਬਦ ਨੇ ਕਿੰਨੇ ਗੁਰਮੁਖਾਂ ਦੇ ਜਨਮ ਸਵਾਰ ਦਿੱਤੇ ਨੇ, ਸਾਡੀ ਜ਼ਿੰਦਗੀ ਨੂੰ ਸਵਾਰਨ ਵਾਲਾ ਗੁਰੂ ਦਾ ਸ਼ਬਦ ਜਿਹੜਾ ਉਪਦੇਸ਼ ਹੈ, ਉਹ ਸਾਨੂੰ ਦੇ ਦਿਓ, ਸਾਨੂੰ ਸ਼ਬਦ ਦੇ ਨਾਲ ਮਿਲਾ ਦੇਣਾ ਕਰੋ। ਸਾਵਨ ਦਿਨਾ ਸੁਹਾਗਣੀ, ਸਾਵਣ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਸਿੱਖਿਆ ਬਖਸ਼ਿਸ਼ ਕਰਦੇ ਨੇ, ਉਹਨਾਂ ਗੁਰੂ ਦੇ ਪਿਆਰੇ ਮਹਾਤਮਾ ਜੀਵ ਰੂਪ ਸਖੀਆਂ ਜਿਹੜੀਆਂ ਇਸਤਰੀਆਂ ਨੇ, ਸੁਹਾਗ ਵਾਲੀਆਂ, ਆਨੰਦ ਵਾਲੀਆਂ ਹਨ। ਜਿਨ ਰਾਮ ਨਾਮ ਉਰਹਾਰ, ਜਿਨ੍ਹਾਂ ਨੇ ਆਪਣੇ ਔਰ ਹਿਰਦੇ ਦੇ ਅੰਦਰ ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਹਾਰ ਪਰੋ ਕੇ ਪਾ ਲਿਆ। ਹਾਰ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ, ਇੱਕ ਸੂਈ ਹੈ, ਦੂਜਾ ਤਾਗਾ ਹੁੰਦਾ, ਤੀਸਰੇ ਮੋਤੀ ਹੁੰਦੇ ਨੇ। ਜਿਹੜੀ ਗੁਰਮੁਖ ਪਿਆਰਿਆਂ ਦੀ ਸੁਰਤੀ ਰੂਪ ਸੂਈ ਹੈ, ਤੇ ਸਵਾਸਾਂ ਦੀ ਡੋਰ ਤਾਗਾ ਹੈ, ਤੇ ਪਰਮਾਤਮਾ ਦੇ ਨਾਮ ਦੇ ਜਿਹੜੇ ਮੋਤੀ ਪਰੋਣੇ ਉਹਦੇ ਵਿੱਚ। ਐਸਾ ਜਿਹੜੇ ਗੁਰੂ ਪਿਆਰੇ ਆਪਣੇ ਹਿਰਦੇ ਵਿੱਚ ਨਾਮ ਦੇ ਐਸੇ ਮੋਤੀਆਂ ਦਾ ਹਾਰ ਪਰੋ ਕੇ ਪਾ ਲੈਂਦੇ ਨੇ, ਨਾਮ ਹਿਰਦੇ ਵਿੱਚ ਵਸਾ ਲੈਂਦੇ, ਉਹਨਾਂ ਤੋਂ ਸਦਾ ਸਤਿਗੁਰੂ ਕਹਿੰਦੇ ਬਲਿਹਾਰ ਜਾਈਏ। ਉਹ ਸੁਹਾਗਵੰਤੇ ਨੇ, ਆਨੰਦ ਵਾਲੇ ਨੇ, ਖੁਸ਼ੀਆਂ ਮਾਣਨ ਵਾਲੇ ਗੁਰਮੁਖ ਪਿਆਰੇ ਕਹੇ ਜਾਂਦੇ ਹਨ। ਇਹ ਸਾਵਣ ਦੇ ਮਹੀਨੇ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ੇ ਹਨ। ਕਿਰਪਾ ਕਰਨ ਸਤਿਗੁਰੂ ਜੀ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ।
ਅਗਿਆਤ ਵਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ। ਜਿਨੀ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਿਹਾਰ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਸਾਵਨ ਤਿਨਾ ਸੁਹਾਗਣੀ,